ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ। ਬੇਸ਼ੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵੇ ਤਿਉ ਨਾਨਕ ਦਾਸ ਬੋਲੇ। ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਬਸ ਨਹੀਂ ਲੋੜ ਸ੍ਰੀ ਵਾਹਿਗੁਰੂ ਸਾਹਿਬ ਜੀ। ਅਗਮਾਨੰਦ ਅਨਾਦ ਆਦ ਜਿਸ ਕੋਈ ਨਾ ਜਾਣੈ ਸਿਵ ਬਿਰੰਚ ਕਰ ਧਿਆਨ ਨਤ ਹੈ ਜਿਸ ਵੇਦ ਬਖਾਣੈ। ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ। ਭਜਨ ਗਾੜਨ ਸੰਮਤ ਤਰਨ ਤਾਰਨ ਪ੍ਰਭ ਸੋਈ। ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ। ਸ੍ਰੀ ਸਤਿਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤ ਹੈ ਬਸੈ। ਨਾਨਾ ਪ੍ਰਕਾਰ ਜਿਨ ਜਗ ਕੀਓ ਜਨ ਮਥੁਰਾ ਰਸਨਾ ਰਸੈ। ਸ੍ਰੀ ਸਤਿਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤ ਹੈ ਬਸੈ। ਅਗਮ ਅਨੰਦ ਅਨਾਦ ਆਦ ਜਿਸ ਕੋਈ ਨਾ ਜਾਣੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਦੇ ਸਨਮਾਨਿਓ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਰਬ ਸਾਂਝੀ ਵਾਲਤਾ ਦੇ ਪੈਗੰਬਰ ਦੀਨ ਦੁਨੀਆ ਦੇ ਰਾਖੇ ਮੁਖਤਾ ਦੇ ਸਾਂਝੇ ਰਹਿਬਰ ਗੁਰਦਾ ਗੱਦੀ ਦੇ ਸੁਭਾਈਮਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਾਹਿਬਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਜਿੱਥੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹਾਜ਼ਰੀਆਂ ਭਰਦੇ ਹੋ, ਅੱਜ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਹਰ ਪੀਰ ਜਗਤ ਗੁਰ ਬਾਬਾ ਗਰੀਬ ਨਿਵਾਸ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਹੈ, ਜਿਸ ਸੰਬੰਧ ਵਿੱਚ ਆਪ ਸਭਾ ਸੰਗਤਾਂ ਵੱਡੀ ਗਿਣਤੀ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਗੋਦੀ ਦਾ ਆਨੰਦ ਮਾਣ ਕੇ ਆਪਣੇ ਜੀਵਨ ਜ਼ਿੰਦਗੀ ਦੀਆਂ ਘੜੀਆਂ ਪਲਾਂ ਨੂੰ ਸਫਲ ਕਰਦੇ ਯਤਨ ਕਰ ਰਹੇ ਹੋ। ਇਹ ਸਾਰਾ ਦਿਨ ਹੀ ਨਿਰੰਤਰ ਰਾਤਰੀ ਤੱਕ ਇਹ ਸਮਾਗਮ ਇੱਦਾਂ ਹੀ ਚੱਲਦੇ ਰਹਿਣੇ ਆ। ਇੱਕ ਦੋ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਮ ਜੀ ਉਹ ਬੇਅੰਤ ਗੁਰੂ ਕਰਦੇ ਵਿਦਵਾਨ ਪੁਰਸ਼ਾਂ ਪਾਸੋਂ ਆਪ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਡਿਆਈ ਕਥਾ ਰਾਹੀਂ, ਕੀਰਤਨ ਰਾਹੀਂ, ਢਾਡੀ ਵਾਰਾਂ ਰਾਹੀਂ ਸਰਵਣ ਕਰਨੀ ਹੈ। ਸੋ ਵਡਭਾਗੇ ਹੋ, ਧੰਨਤਾ ਦੇ ਯੋਗ ਹੋ ਜੋ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਤੇ ਆਪਣਾ ਸੀਸ ਰੱਖਣ ਵਾਸਤੇ, ਗੁਰੂ ਸਾਹਿਬ ਨੂੰ ਨਮਸਕਾਰ ਕਰਨ ਵਾਸਤੇ, ਆਪਣੀਆਂ ਹਾਜ਼ਰੀਆਂ ਲਗਾਉਣ ਵਾਸਤੇ ਆਏ ਹੋ। ਆਰੰਭਤਾ ਵਿੱਚ ਹੀ ਮੈਂ ਆਪ ਸਰਬੱਤ ਗੁਰਸਿੱਖ ਸੰਗਤਾਂ ਨੂੰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਾਰ ਮੁਬਾਰਕਬਾਦ ਦਿੰਦਾ ਹੋਇਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਡੀ ਤੁਹਾਡੀ ਸਾਰਿਆਂ ਨੇ ਗੁਰੂ ਨਾਲ ਬਣ ਆਵੇ, ਸਾਰਿਆਂ ਦਾ ਹੀ ਗੁਰੂ ਪਾਤਸ਼ਾਹ ਨਾਲ ਸਨੇਹ ਪ੍ਰੇਮ ਬਣੇ, ਗੁਰੂ ਘਰ ਵਿੱਚ ਗੁਰੂ ਦਰ ਵਿੱਚ ਥਾਂ ਮਿਲੇ, ਸਾਰੇ ਹੀ ਨਵਾਜੇ ਜਾਈਏ। ਇਹ ਅਰਦਾਸ ਹੈ। ਸਤਿਗੁਰੂ ਜ਼ਰੂਰ ਕਿਰਪਾ ਕਰਨਗੇ। ਅੱਜ ਵੱਡਾ ਦਿਨ ਹੈ। ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਕਹਿੰਦੇ ਹੁੰਦੇ ਸਨ ਕਿ ਅੱਜ ਦੇ ਦਿਨ ਦਾ ਕੋਈ ਜਾਨਵਰ ਵੀ ਜੇ ਚੜ੍ਹਾਈ ਕਰ ਗਿਆ ਉਹਦੀ ਵੀ ਮੁਕਤੀ ਹੋ ਜਾਏਗੀ, ਉਹਨੂੰ ਵੀ ਪਰਮਾਤਮਾ ਬਖਸ਼ ਦੇਣਗੇ। ਸੋ ਸਾਡੇ ਕੋਲੇ ਤਾਂ ਸਭ ਤੋਂ ਸਰਵੋਤਮ ਮਨੁੱਖਾ ਜਾਮਾ ਹੈ। ਸਾਰੀਆਂ ਦਾਤਾਂ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹੋਈਆਂ ਨੇ। ਅਸੀਂ ਗਰੀਬ ਨਿਵਾਸ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੈ। ਅੱਜ ਇੱਥੇ ਬੈਠ ਕੇ ਅਹਿਸਾਸ ਕਰਨਾ ਕਿ ਇਹ ਭਈ ਪ੍ਰਾਪਤ ਮਾਨੁਖ ਦੇ ਗੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਜਾਮਾ ਸਾਨੂੰ ਪਾਤਸ਼ਾਹ ਨੇ ਪਰਮਾਤਮਾ ਨੂੰ ਮਿਲਣ ਵਾਸਤੇ ਬਖਸ਼ਿਆ। ਅਕਾਲ ਪੁਰਖ ਤੱਕ ਪਹੁੰਚਣ ਲਈ ਇਹ ਸਾਨੂੰ ਸਾਡੀ ਮੰਜ਼ਿਲ ਪਰਮਾਤਮਾ ਹੈ। ਉਸ ਪਰਮਾਤਮਾ ਵਿੱਚ ਅਭੇਦ ਹੋਣ ਲਈ ਇਹ ਮਨੁੱਖਾ ਜੀਵਨ ਦੀ ਦਾਤ ਮਿਲੀ ਹੈ। ਔਰ ਇਨਸਾਨ ਆਪਣੇ ਮਕਸਦ ਨੂੰ ਵਾਰ-ਵਾਰ ਭੁੱਲਦਾ ਹੈ, ਕਿਉਂਕਿ ਸੰਸਾਰ ਵਿੱਚ ਰੁਝੇਵੇਂ ਬਹੁਤ ਨੇ। ਇਹ ਸੰਸਾਰ ਰੰਗਲਾ ਹੈ, ਰੰਗੀਨ ਹੈ, ਸੁਹੱਪਣ ਦਾ ਵਿੱਚ ਹੈ। ਤਾਂ ਇਹ ਸੰਸਾਰ ਦੇ ਜਿਹੜੇ ਝੂਠੇ ਲਾਲਚ ਨੇ, ਮੋਹ ਮਾਇਆ ਮਮਤਾ ਦਾ ਜਾਲ ਹੈ, ਇਹਦੇ ਵਿੱਚ ਫਸ ਕੇ ਇਨਸਾਨ ਆਪਣੇ ਮਕਸਦ ਨੂੰ ਭੁੱਲ ਜਾਂਦਾ, ਆਪਣੇ ਮਨੋਰਥ ਨੂੰ ਵਾਰ-ਵਾਰ ਭੁੱਲਦਾ। ਫਿਰ ਇਸ ਭੁੱਲੇ ਭਟਕੇ ਸਤਿਗੁਰੂ ਵਾਰ-ਵਾਰ ਯਾਦ ਕਰਾਉਂਦੇ ਨੇ। ਜਦੋਂ ਵੀ ਆਵੇ, ਜਿਸ ਵੇਲੇ ਵੀ ਆਵੇ, ਉਸੇ ਵੇਲੇ ਬੜੇ ਪਿਆਰ ਨਾਲ ਬਾਂਹ ਫੜ ਕੇ ਆਪਣੀ ਗੋਦ ਵਿੱਚ ਬਿਠਾ ਕੇ ਇਸ ਮਕਸਦ ਤੋਂ ਸੁਚੇਤ ਕਰ ਦਿੰਦੇ ਆ ਕਿ ਇਹ ਤੇਰੀ ਔਸਰ, ਇਹ ਤੇਰੀ ਬਾਰ ਘਟ ਭੀਤਰ, ਤੂੰ ਦੇਖ ਵਿਚਾਰ। ਸਤਿਗੁਰੂ ਬੜੇ ਪਿਆਰ ਨਾਲ ਕੋਲ ਬਿਠਾ ਕੇ ਸਮਝਾਉਂਦੇ ਨੇ, ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਔਸਰ ਵਿਦਿਓ ਜਾਤ ਹੈ, ਕਹਿਓ ਮੰਨ ਲੈ ਮੇਰੋ। ਸਤਿਗੁਰੂ ਬੜੇ ਪਿਆਰ ਨਾਲ ਜਦੋਂ ਇਨਸਾਨ ਭੁੱਲਦਾ ਹੈ, ਤਰਸ ਕਰਕੇ ਸਮਝਾਉਣ ਦਾ ਯਤਨ ਕਰਦੇ ਨੇ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਮਨ ਗੁਰ ਮਿਲ ਕਾਜ ਸਵਾਰੇ। ਇਹ ਮਨਾ ਗੁਰੂ ਨਾਲ ਮਿਲ ਕੇ ਜ਼ਿੰਦਗੀ ਦਾ ਕਾਜ ਸਵਾਰ। ਇਨਸਾਨ ਭੁੱਲਦਾ ਹੈ, ਫਿਰ ਇਹਨੂੰ ਚੇਤਾ ਉਹੀ ਕਰਾ ਸਕਦਾ ਜਿਹੜਾ ਆਪ ਨਾ ਭੁੱਲਦਾ ਹੋਵੇ। ਇੱਕ ਗੁਰੂ ਨਹੀਂ ਭੁੱਲਦਾ, ਇੱਕ ਪਰਮਾਤਮਾ ਨਹੀਂ ਭੁੱਲਦਾ। ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਦਾ। ਇਨਸਾਨ ਦੀ ਛੋਟੀ ਸੋਚ, ਕੁਛ ਵਧੀਆ ਮਿਲਿਆ, ਇਹ ਆਪਣੇ ਮਨੋਰਥ ਤੋਂ ਭੁੱਲ ਜਾਂਦਾ ਹੈ। ਕਈ ਵਾਰ ਸੰਗਤ ਵਿੱਚ ਘੰਟਿਆਂ ਬੱਧੀ ਬੈਠਣ ਤੋਂ ਬਾਅਦ ਵੀ ਜੋੜੇ ਪਾਉਂਦਾ ਜਾਂ ਗੱਡੀ ਤੱਕ ਜਾਂਦਾ ਜਾਂ ਘਰ ਤੱਕ ਜਾਂਦਾ, ਫਿਰ ਆਪਣੇ ਅਸਲੀ ਮਨੋਰਥ ਨੂੰ ਭੁੱਲ ਜਾਂਦਾ ਹੈ। ਪਰ ਸਤਿਗੁਰੂ ਪਾਤਸ਼ਾਹ ਬੜੀ ਜ਼ਿੰਮੇਵਾਰੀ ਨਾਲ, ਕਿਉਂਕਿ ਅਸੀਂ ਗੁਰੂ ਸਾਹਿਬ ਦੇ ਸਪੁੱਤਰ ਹਾਂ, ਗੁਰੂ ਸਾਹਿਬ ਦੀਆਂ ਧੀਆਂ, ਗੁਰੂ ਸਾਹਿਬ ਦਾ ਪਰਿਵਾਰ ਹੈ,
ਇੱਕ ਪਰਿਵਾਰ ਦੇ ਮੁਖੀ ਨੂੰ ਫਿਕਰ ਹੁੰਦਾ ਕਿ ਮੇਰੀ ਔਲਾਦ ਭਟਕ ਨਾ ਜਾਏ, ਮੇਰੀ ਅੰਸ਼ ਮੰਸ ਕੁਰਾਹੇ ਨਾ ਪੈ ਜਾਏ। ਇਹਨਾਂ ਨੂੰ ਮੈਂ ਇਹਨਾਂ ਦੇ ਮਕਸਦ ਤੋਂ ਸੁਚੇਤ ਕਰਾ ਕੇ ਇਸ ਜੀਵਨ ਦੀ ਬਾਜੀ ਨੂੰ ਜਿਤਾ ਕੇ ਪਰਮਾਤਮਾ ਦੇ ਘਰ ਵਿੱਚ ਲੈ ਕੇ ਜਾਣਾ ਹੈ। ਤਾਂ ਇਸ ਲਈ ਸਤਿਗੁਰੂ ਵਾਰ-ਵਾਰ ਯਾਦ ਕਰਾਉਂਦੇ ਨੇ। ਔਰ ਕੋਈ ਵੀ ਮਹਾਰਾਜ ਕਹਿੰਦੇ ਇਹ ਮਨ ਵਿੱਚ ਭੁਲੇਖਾ ਨਾ ਰੱਖੇ ਕਿ ਗੁਰੂ ਤੋਂ ਬਿਨਾਂ ਹੀ ਮੈਂ ਭਵਸਾਗਰ ਤੋਂ ਪਾਰ ਹੋ ਜਾਵਾਂ, ਕਿ ਮੈਨੂੰ ਪਰਮਾਤਮਾ ਤੱਕ ਪਹੁੰਚਣ ਲਈ ਗੁਰੂ ਦੀ ਤਾਂ ਲੋੜ ਹੀ ਨਹੀਂ। ਇਸ ਗੱਲ ਦਾ ਦੇਹਧਾਰੀ ਗੁਰੂਆਂ ਨੇ ਚਲੋ ਬੜਾ ਪ੍ਰਚਾਰ ਕੀਤਾ, ਪਰ ਉਹਨਾਂ ਦੇ ਆਪਣੇ ਕੋਲ ਕੁਝ ਨਹੀਂ ਹੈ। ਉਹਨਾਂ ਨੇ ਬੋਰਡ ਤੇ ਇਸ ਗੱਲ ਦੀ ਵੱਡੇ ਵੱਡੇ ਲਾਏ ਕਿ ਸਾਡੇ ਕੋਲ ਆਓ, ਅਸੀਂ ਰੱਬ ਨਾਲ ਗੱਲ ਕਰਾਵਾਂਗੇ, ਅਸੀਂ ਤੁਹਾਨੂੰ ਰੱਬ ਦਿਖਾਵਾਂਗੇ, ਅਸੀਂ ਤੁਹਾਨੂੰ ਰੱਬ ਨਾਲ ਮਿਲਾਵਾਂਗੇ। ਜਿਹੜਾ ਆਪ ਨਹੀਂ ਮਿਲਿਆ, ਆਪ ਨਹੀਂ ਪਹੁੰਚਿਆ, ਉਹ ਕਿਸੇ ਨੂੰ ਕੀ ਮਿਲਾ ਸਕਦਾ ਹੈ? ਜਿਹਦੀ ਆਪ ਪਰਮਾਤਮਾ ਤੱਕ ਪਹੁੰਚ ਨਹੀਂ, ਉਹ ਕਿਸੇ ਵਿਛੜੇ ਹੋਏ ਨੂੰ ਕੀ ਮਿਲਾ ਸਕਦਾ? तो महाराज साहब कहते हैं गुरु होवे पूरा होवे मत को भरम भुलै संसार, गुर बिन कोई ना उतर सपार, बिन सतगुर किनै ना पायो, बिन सतगुर किनै ना पाया। गुरु तो बिना अज तक परमात्मा नूं ना किसी ने पाया है ते ना कोई पा सकता है। तो महाराज कह रहे हैं गुरु वो होता है जिन्हें परमात्मा नूं जान लिया। गुरु सतगुरु वो है ਜਿਹੜਾ परमात्मा ਵਿੱਚ ਅਭੇਦ परमात्मा ਦਾ ਸਰਗੁਣ ਸਰੂਪ ਹੋ ਕੇ ਵਿਚਰੇ। ਗੁਰੂ ਉਹ ਹੁੰਦਾ ਹੈ ਜਿਹਦੇ ਵਿੱਚ परमात्मा ਆਪਣਾ ਸਭ ਕੁਝ ਟਿਕਾ ਕੇ ਉਹਨੂੰ ਭੇਜੇ। ਸਤਿਗੁਰੂ ਉਹ ਹੁੰਦਾ ਹੈ ਜਿਹੜਾ परमात्मा ਦਾ ਸੁਭਾਅ ਜਾਣਦਾ ਹੋਵੇ, परमात्मा ਦਾ ਨੇਮ ਜਾਣਦਾ ਹੋਵੇ, परमात्मा ਦੀ ਮਰਿਆਦਾ ਜਾਣਦਾ ਹੋਵੇ, परमात्मा ਦੇ ਹੁਕਮ ਤੇ ਆਗਿਆ ਨੂੰ ਜਾਣਦਾ ਹੋਵੇ। ਉਹ ਅਸਲ ਵਿੱਚ ਗੁਰੂ ਹੈ। ਤੁਸੀਂ ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹੋ ਸਤਿਗੁਰੂ ਜਿਨ ਜਾਣਿਆ सतगुर जिसका नाम, जिन्हें सतपुरख परमात्मा ਨੂੰ ਜਾਣ ਲਿਆ ਹੈ, जिन्हें सदीव काल आदि पुरख एक अद्वितीय अकाल पुरख परमात्मा ਨੂੰ ਜਾਣ ਲਿਆ, ਉਹ सतगुरु है। ਜਿਹੜਾ ਉੱਥੇ ਤੱਕ ਪਹੁੰਚਿਆ ਉਹ ਇਮਾਨਦਾਰੀ ਨਾਲ ਤੁਹਾਨੂੰ ਵੀ ਸੌਖਾ ਰਸਤਾ ਦੱਸੇਗਾ। ਭਾਈ ਆਪ परमात्मा ਦੇ ਘਰ ਨੂੰ ਰਸਤਾ ਜਾਂਦਾ, ਤੁਸੀਂ ਇਸ ਰਸਤੇ ਤੇ ਚੱਲ ਕੇ ਤੇ ਉਸ परमात्मा ਤੱਕ ਪਹੁੰਚ ਸਕਦੇ ਹੋ। ਚਲੋ ਗੁਰੂ ਮਿਲਿਆ, ਫਿਰ ਮਹਾਰਾਜ ਸਾਹਿਬ ਕਹਿੰਦੇ ਆ ਰੱਬ ਨੂੰ ਤਾਂ ਅਸੀਂ ਜਾਣ ਲਿਆ, परमात्मा ਨੂੰ ਅਸੀਂ ਜਾਣ ਲਿਆ, ਉਸ ਦਾ ਮਿਲਾਪ ਕਿਵੇਂ ਹੋਵੇ? परमात्मा ਨਾਲ ਅਸੀਂ ਮਿਲੀਏ ਕਿਵੇਂ? ਤਕਰੀਬਨ ਮਹਾਰਾਜ ਕਹਿ ਰਿਹਾ ਸੱਚੀ ਭੇਟਾ ਅਸਲ ਵਿੱਚ ਜੀਵਨ ਵਿੱਚ ਸੱਚ ਧਾਰਨ ਕਰਨਾ ਹੀ ਅਸਲ ਭੇਟਾ ਹੁੰਦੀ ਹੈ। परमात्मा ਨੂੰ ਮਿਲਣ ਲਈ ਤੇਰੇ ਕੋਲ ਭੇਟਾ ਚਾਹੀਦੀ ਹੈ ਨਾ, ਕੋਲ ਉਹਨੂੰ ਜਾ ਕੇ ਅਰਪਣ ਕਰੇਗਾ ਤਾਂ ਉਹ ਤੇਰੇ ਕੋਲੇ ਸੱਚ ਦੀ ਭੇਟਾ ਹੋਵੇ, ਜਿਹੜੀ ਉਸ परमात्मा ਦੇ ਘਰ ਵਿੱਚ ਤੂੰ ਭੇਟ ਕਰ ਸਕਦਾ ਹੋਵੇਂ। ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਸਾਥ ਭੇਟ ਬੈਸਣ ਕੋ ਥਾਓ, ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੇ ਪਾਸ। परमात्मा ਦਾ ਸੁਭਾਅ ਇੰਨਾ ਦੀਨ ਦਿਆਲ ਬਖਸ਼ੰਦ ਹੈ, ਇੰਨਾ ਨਿਮਰਤਾ ਵਾਲਾ ਹੈ, ਇੰਨਾ ਮਿੱਠ ਬੋਲਣਾ ਤੇ ਸਦ ਭਾਵਨਾ ਵਾਲਾ ਹੈ। ਜਿਹੜਾ ਕੋਈ ਭਾਵਨਾ ਨਾਲ परमात्मा ਨੂੰ ਮਿਲਣ ਜਾਂਦਾ, ਸਤਿਗੁਰੂ ਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਉਹਦੇ ਨਾਲ ਗੱਲ ਕਰਦੇ, बड़े प्यार की बोली बोल के ਉਹਨੂੰ ਆਪਣੇ ਚਰਨਾਂ ਵਿੱਚ ਅਭੇਦ ਕਰ ਲੈਂਦੇ ਆ। तो महाराज साहब कहते हैं भाई गुरु का होना जरूरी है। गुरु तो बिना परमात्मा के घर की सोझी कोई नहीं, गुरु तो बिना परमात्मा ਵਿੱਚ ਅਭੇਦ ਦਾ ਕੋਈ ਨਹੀਂ। गुरु बिन घोर आधार, गुरु बिन समझ ना आवे। जे सो चंदा उगवे सूरज जड़े हजार, इते चानण ਹੁੰਦਿਆਂ गुर बिन घोर आधार। अर्थ बड़े स्पष्ट ने, तुसी बेहतर जानते हो। बाहर का चानण अंदर चानण नहीं कर सकता। बाहर सैकड़े चंद्रमा सूरज चढ़े हों पर अंदर कोई परमार्थ की रूहानियत की खेड नहीं बन सकती। महाराज साहब कहते हैं अंदर चानण कर लई, अंदर का हनेरा खत्म कर लई दीवा भी अंदर ही बलना चाहिए, चानण भी तेरे अंदर होना चाहिए है। बाहर का सूरज तो हो सकता किसी जिन्दियां अखां काम ना करदियां होण, ओहनूं कोई उहदा फायदा ना हुंदा हो। ਜਾਂ कोई इंसान एक कमरे का दरवाजा बंद, कई दरवाजे लंघ के अंदर बैठा होवे, सूरज की रोशनी उत्थे नहीं जा सकती। किसी का घर 4 सवेरे बंद होवे, सूरज की रोशनी तां भी उत्थे नहीं जा सकती। कोई नेत्रहीन है, सूरज की रोशनी नहीं मान सकता। पर गुरु तो वो होता है जदों वो प्रगट होवे, जदों गुरु की दुनिया ते आमद होवे, ओदी कमरियां विच बैठे हुए तक भी नाम की रोशनी पहुंच जाए। जेड़ा नेत्रहीन है ओदे अंदर भी ओदे नाम की रोशनी पहुंच जाए। गुरु तो वो है बाहरले सूरज नाल तां किसी का वितकरा हो सकता, पर गुरु वो होता है जिहदे नाम दे दीवे नाल किसी नाल कोई
ਵਿਤਕਰਾ ਨਹੀਂ, ਉਹ ਹਰ ਇੱਕ ਦੇ ਅੰਦਰ ਆਤਮੇ ਨਾਮ ਦਾ ਦੀਵਾ ਬਲ ਕੇ ਪ੍ਰਕਾਸ਼ ਕਰ ਸਕਦਾ। ਗੁਰੂ ਉਹ ਹੁੰਦਾ ਹੈ ਜਿਹੜਾ ਹਰ ਇੱਕ ਦੇ ਘਰ ਵਿੱਚ ਉਸ ਪਰਮਾਤਮਾ ਦੀ ਰੱਬੀ ਦਾਤ ਟਿਕਾ ਕੇ ਉਹਨੂੰ ਪਰਮਾਤਮਾ ਨਾਲ ਜੋੜਦਾ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਆ, ਗੁਰੂ ਭਾਈ ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਡ ਕੋ ਮਾਰਿਆ। ਗੁਰੂ ਦੀ ਛੱਤ ਵਿੱਚ ਜਾਣ ਨਾਲ, ਗੁਰੂ ਧਾਰਨ ਕਰਨ ਨਾਲ, ਗੁਰੂ ਇਹ ਪੰਜ ਵਿਕਾਰ ਜਿਹੜੇ ਤੰਗ ਕਰਦੇ ਨੇ ਇਹ ਵਸ ਵਿੱਚ ਆ ਜਾਂਦੇ ਆ। ਇਹ ਸਾਡੇ ਕਹਿਣੇ ਵਿੱਚ ਜਿਵੇਂ ਅੱਗ ਮਰਿਆਦਾ ਵਿੱਚ ਆ ਜਾਂਦੀ ਹੈ, ਦਰਿਆ ਦਾ ਪਾਣੀ ਕਿਨਾਰਿਆਂ ਦੀ ਮਰਿਆਦਾ ਵਿੱਚ ਚੱਲ ਕੇ ਕਈਆਂ ਦੇ ਕਾਜ ਸਵਾਰ ਜਾਂਦਾ ਹੈ। ਤੇ ਇਹ ਵਿਕਾਰ ਕੀ ਨੇ? ਜੇ ਇਹ ਮਰਿਆਦਾ ਵਿੱਚ ਤਰਤੀਬ ਵਿੱਚ ਰਹਿਣ ਤਾਂ ਇਹ ਜ਼ਿੰਦਗੀ ਨੂੰ ਸੁਖੈਨ ਤਰੀਕੇ ਨਾਲ ਸੁਹਾਵਣੀ ਬਣਾ ਜਾਂਦੇ ਆ। ਜੇ ਇਹ ਵਿਕਾਰ ਮਰਿਆਦਾ ਤੋਂ ਬਾਹਰ ਹੋ ਜਾਣ ਫਿਰ ਚੰਗੀ ਭਲੀ ਜ਼ਿੰਦਗੀ ਨੂੰ ਨਰਕ ਬਣਾ ਜਾਂਦੇ ਆ। ਸੰਸਾਰ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਛੱਡਦੇ। ਇਹ ਗੁਰੂ ਦੀ ਬਖਸ਼ਿਸ਼ ਨਾਲ ਹੀ ਬਸ ਵਿੱਚ ਆ ਸਕਦੇ ਆ। ਤਾਂ ਮਹਾਰਾਜ ਸਾਹਿਬ ਨੇ ਬਹੁਤ ਹੀ ਪਿਆਰੀਆਂ ਵਿਚਾਰਾਂ ਬਖਸ਼ਿਸ਼ ਕੀਤੀਆਂ ਨੇ। ਲੋਕ ਬੜੇ ਜਿਹੜੇ ਪਰਮਾਤਮਾ ਨੂੰ ਮਿਲਣ ਵਾਸਤੇ ਚੱਲੇ। ਮੈਂ ਇੱਕ ਦੋ ਬੇਨਤੀਆਂ ਕਰਕੇ ਆਪਾਂ ਜੋ ਅੱਜ ਪਾਵਨ ਪਵਿੱਤਰ ਸਵਈਆ ਹੈ ਉਹਦੀ ਵਿਚਾਰ ਤੇ ਆਉਣਾ ਹੈ। ਨਾਲ ਨਾਲ ਅੱਜ ਆਪਾਂ ਸਾਰਿਆਂ ਰਲ ਮਿਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਵੀ ਟੇਕਣਾ ਕੋਸ਼ਿਸ਼ ਕਰਾਂਗੇ। ਇੱਥੋਂ ਬੈਠੇ ਬੈਠੇ ਅਸੀਂ ਨਨਕਾਣਾ ਸਾਹਿਬ ਮੱਥਾ ਟੇਕ ਸਕੀਏ। ਇੱਥੋਂ ਬੈਠੇ ਬੈਠੇ ਸੁਲਤਾਨਪੁਰ ਲੋਧੀ ਮੱਥਾ ਟੇਕ ਸਕੀਏ। ਇੱਥੋਂ ਬੈਠੇ ਬੈਠੇ ਉਹਨਾਂ ਪਾਵਨ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰ ਸਕੀਏ ਜਿਨ੍ਹਾਂ ਪਾਵਨ ਅਸਥਾਨਾਂ ਤੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉਹ ਧਰਤੀ ਦੇ ਟੁਕੜੇ ਪੂਜਣ ਯੋਗ ਹੋ ਗਏ। ਉਹ ਧਰਤੀਆਂ ਨੂੰ ਭਾਗ ਲੱਗ ਪਏ। ਤੇ ਅੱਜ ਅਸੀਂ ਇਸ ਪਾਵਨ ਅਸਥਾਨ ਤੇ ਬੈਠੇ ਬੈਠੇ ਯਤਨ ਕਰਾਂਗੇ ਉਹਨਾਂ ਸਥਾਨਾਂ ਦੇ ਦਰਸ਼ਨ ਵੀ ਕਰ ਸਕੀਏ ਤੇ ਮੱਥਾ ਵੀ ਟੇਕ ਸਕੀਏ। ਇਤਿਹਾਸ ਸੁਣਨ ਦਾ ਸੁਣਾਉਣ ਦਾ ਤਾਂ ਹੀ ਫਾਇਦਾ ਹੁੰਦਾ ਹੈ ਜੇ ਉਹ ਪਾਵਨ ਦ੍ਰਿਸ਼ ਜਿਹੜਾ ਹੈ ਉਹ ਅੱਖਾਂ ਦੇ ਸਾਹਮਣੇ ਆ ਜਾਏ। ਇਹਨੂੰ ਸ਼ਰਵਣ ਦਰਸ਼ਨ ਕਿਹਾ ਜਾਂਦਾ ਹੈ। ਅੱਜ ਅਸੀਂ ਸਾਰਿਆਂ ਰਲ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਔਰ ਉਹਨਾਂ ਜਨਤਾ ਦੇ ਉਸ ਧੰਨ ਧੰਨ ਮਾਤਾ ਪਿਤਾ ਦੇ ਉਸ ਕੁਲ ਦੇ ਉਸ ਅੰਸ਼ ਵੰਸ਼ ਉਹਨਾਂ ਪਾਕ ਪਵਿੱਤਰ ਧਰਤੀ ਦੇ ਟੁਕੜਿਆਂ ਦੇ ਸ਼ਰਵਣ ਦਰਸ਼ਨ ਕਰਨ ਦਾ ਯਤਨ ਕਰਨਾ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਦੁਨੀਆ ਬੜੀ ਪਰਮਾਤਮਾ ਨੂੰ ਮਿਲਣ ਚੱਲੀ, ਪਰ ਧਰਮ ਦੀ ਦੁਨੀਆ 'ਚ ਜਿਹੜੇ ਮੋਢੀ ਆਗੂ ਨੇ ਸ਼ਰਾਰਤੀ ਸੋਚ ਹੋਣ ਕਰਕੇ ਉਹਨਾਂ ਨੇ ਸਾਹਮਣੇ ਮੂਰਤੀਆਂ ਰੱਖ ਦਿੱਤੀਆਂ ਕਿ ਇਹਨਾਂ ਦੀ ਪੂਜਾ ਕਰੋ, ਇਹਦੇ ਵਿੱਚੋਂ ਰੱਬ ਮਿਲੇਗਾ। ਭੋਲੇ ਭਾਲੇ ਲੋਕ ਉੱਥੋਂ ਤੱਕ ਸੀਮਤ ਹੋ ਗਏ। ਥੋੜਾ ਜਿਹਾ ਲੋਕ ਅੱਗੇ ਹੋ ਕੇ ਤੁਰੇ ਕਿ ਨਹੀਂ ਜੀ ਇਸ ਤੋਂ ਅਗਲਾ ਰਸਤਾ ਦੱਸੋ, ਰੱਬ ਕਿਵੇਂ ਮਿਲੇ? ਉਹ ਕਹਿੰਦੇ ਤੀਰਥ ਇਸ਼ਨਾਨ ਕਰੋ ਪਰਮਾਤਮਾ ਮਿਲ ਜਾਏਗਾ। ਜੇ ਕੋਈ ਹੋਰ ਇਨਸਾਨ ਇਸ ਤੋਂ ਅੱਗੇ ਚੱਲਿਆ ਤਾਂ ਇੱਕ ਉਹਨਾਂ ਨੇ ਘਰੋਗੀ ਮਸਲੇ ਘਰੇਲੂ ਝਗੜਿਆਂ ਦੀ ਵਾਰਤਾ ਇੰਨੀ ਸਾਹਮਣੇ ਰੱਖ ਦਿੱਤੀ। ਵੱਡੇ ਵੱਡੇ ਲੋਕ ਉਹ ਘਰੇਲੂ ਝਗੜਿਆਂ ਤੋਂ ਤੰਗ ਹੋ ਕੇ ਪਰਮਾਤਮਾ ਦਾ ਰਸਤਾ ਛੱਡ ਗਏ। ਚੌਥੀ ਵਿਚਾਰ ਆਈ, ਜੇ ਕੋਈ ਫਿਰ ਵੀ ਇਹ ਸਾਰੀਆਂ ਗੱਲਾਂ ਤੋਂ ਅੱਗੇ ਲੰਘ ਕੇ ਪਰਮਾਤਮਾ ਨੂੰ ਮਿਲਣ ਵਾਸਤੇ ਤੁਰਿਆ ਤਾਂ ਉਹਨੂੰ ਆਪਣਿਆਂ ਨੇ, ਬਗਾਨਿਆਂ ਨੇ, ਪਰਾਇਆਂ ਨੇ, ਸਾਰਿਆਂ ਨੇ ਰਲ ਮਿਲ ਕੇ ਦੁਨੀਆ ਦੇ ਉੱਪਰ ਬੇਅੰਤ ਕਸ਼ਟ ਦਿੱਤੇ। ਉਹਦੇ ਤਨ ਨੂੰ ਕਸ਼ਟ ਦਿੱਤੇ ਵੀ ਇਹ ਕਿਵੇਂ ਨਾ ਕਿਵੇਂ ਆਪਣੇ ਧਰਮ ਤੋਂ ਡੋਲ ਜਾਏ, ਆਪਣੇ ਸਿਧਾਂਤ ਤੋਂ ਡੋਲ ਜਾਏ, ਆਪਣੇ ਫਲਸਫੇ ਤੋਂ ਡੋਲ ਜਾਏ, ਆਪਣੀ ਮੰਜ਼ਿਲ ਤੋਂ ਥੜਕ ਜਾਏ। ਇਹ ਚਾਰ ਮੁਸ਼ਕਲਾਂ ਵੱਡੀਆਂ ਸਾਹਮਣੇ ਖੜ ਗਈਆਂ ਜਦੋਂ ਇਨਸਾਨ ਤੁਰਦਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਸੇ ਪਾਤਸ਼ਾਹੀਆਂ ਦਾ ਅਸੀਂ ਕਈ ਜਨਮ ਧਾਰਨ ਕਰਕੇ ਵੀ ਕਰਜ਼ ਨਹੀਂ ਦੇ ਸਕਦੇ, ਦੇਣ ਨਹੀਂ ਦੇ ਸਕਦੇ। ਉਹਨਾਂ ਨੇ ਸਾਰੇ ਵਰਤਾਰੇ, ਸਾਰੀਆਂ ਜ਼ਿੰਦਗੀ ਦੀਆਂ ਮੁਸ਼ਕਲਾਂ ਆਪਣੇ ਆਪ ਤੇ ਹੰਢਾ ਕੇ ਦੁਨੀਆ ਦੇ ਸਾਹਮਣੇ ਇੱਕ ਚੰਗਾ ਸੁਚੱਜਾ ਜੀਵਨ ਜਿਉਣ ਦੀ ਜਾਚ ਧੰਨ ਗੁਰੂ ਨਾਨਕ ਸਾਹਿਬ ਨੇ 10 ਗੁਰੂ ਸਾਹਿਬਾਨਾਂ ਨੇ ਬਖਸ਼ਿਸ਼ ਕੀਤੀ। ਪਹਿਲੀ ਵਿਚਾਰ ਆਈ ਕਿ ਜੇ ਪਰਮਾਤਮਾ ਮਿਲਣਾ, ਉਹਨਾਂ ਕਿਹਾ ਦੇਵੀ ਦੇਵਤੇ ਤੇ ਮੂਰਤੀਆਂ ਦੀ ਪੂਜਾ ਕਰੋ। ਸਾਰਿਆਂ ਦੇ ਇਸ਼ਟ ਸਤਿਕਾਰਯੋਗ ਨੇ, ਜਿਨ੍ਹਾਂ ਦਾ ਉਹ ਧਰਮ ਹੈ ਉਹ ਜਮ ਜਮ ਮੰਨਣ, ਜਿਵੇਂ ਮਰਜ਼ੀ ਪੂਜਾ ਕਰਨ। ਪਰ ਸਾਰਿਆਂ ਨੂੰ ਕਿਹਾ ਗਿਆ ਵੀ ਤੁਸੀਂ ਵੀ ਇਹਦੇ ਚੱਲੋ, ਪਰਮਾਤਮਾ ਮਿਲੇਗਾ। ਲੋਕ ਚੱਲ ਪਏ। ਇਸ ਵਿਚਾਰ ਨੂੰ ਦੁਨੀਆ ਸਾਹਮਣੇ ਬਾਬਾ ਲਹਿਣਾ ਜੀ ਨੇ ਪ੍ਰਗਟ ਕੀਤਾ ਕਿ ਭਾਈ ਨਹੀਂ, ਮੈਂ ਵੀ ਤਾਂ ਇਸੇ ਤਰ੍ਹਾਂ ਹੀ ਦੇਵੀਆਂ ਦੇ ਚਾਲੇ ਜਾਂਦਾ ਸਾਂ, ਕੋਈ ਪ੍ਰਾਪਤੀ ਨਹੀਂ। ਜਿਸ ਦਿਨ ਭਾਈ ਜੋਤ ਤੋਂ ਇੱਕ ਸ਼ਬਦ ਸੁਣਿਆ, ਜਿਤ ਸੇਵਿਆ ਸੁਖ ਪਾਈਆ, ਸੋ ਸਾਹਿਬ ਸਦਾ ਸੰਭਾਲੀਐ, ਉਸ ਦਿਨ ਮੈਂ ਕਰਤਾਰਪੁਰ ਸਾਹਿਬ ਦਾ ਰਸਤਾ ਪੁੱਛ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਇਆ, ਸੇਵਾ ਕੀਤੀ, ਸੇਵਾ ਕਰਦਾ ਲੈਣਾ ਧੰਨ ਗੁਰੂ ਅੰਗਦ ਸਾਹਿਬ ਬਣ ਗਿਆ। ਅਗਲੀ ਵਿਚਾਰ ਉਹਨਾਂ ਨੇ ਕਿਹਾ ਤੀਰਥ ਇਸ਼ਨਾਨ ਕਰੋ, ਰੱਬ ਤਾਂ ਮਿਲਦਾ ਹੈ। ਧੰਨ ਗੁਰੂ ਅਮਰਦਾਸ ਬੋਲੇ
ਕਹਿਣ ਲੱਗੇ ਭਾਈ ਮੈਂ 19 ਸਾਲ ਦੇ ਕਰੀਬ ਤੀਰਥ ਯਾਤਰਾਵਾਂ ਤੇ ਗਿਆ, ਕੋਈ ਪ੍ਰਾਪਤੀ ਨਹੀਂ, ਸਵਾਏ ਧੱਕੇ ਠੋਕਰਾਂ ਤੋਂ ਮੇਰੀ ਜ਼ਿੰਦਗੀ ਦੇ ਪੱਲੇ ਵਿੱਚ ਕੁਝ ਨਹੀਂ ਸੀ। ਜਿਸ ਦਿਨ ਮੈਂ ਆਪਣੇ ਘਰ ਵਿੱਚ ਹੀ ਸ਼ਬਦ ਸੁਣਿਆ, ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤੇ ਤਲਾਕ ਰਹੀ, ਕੋਇਲੇ ਪਾਪ ਪੜੇ ਤਿਸ ਨੂੰ ਪਰ ਮਨ ਚਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅਮਰਤ ਹੋ ਦੇਵੇ ਤਾਂ ਨਾਨਕ ਤ੍ਰਿਸ਼ਟਸ ਦੇਹਾ। ਮੈਂ ਘਰ ਵਿੱਚੋਂ ਸ਼ਬਦ ਸੁਣੇ ਸਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਮੈਂ ਘਰ ਵਿੱਚੋਂ ਸ਼ਬਦ ਸੁਣੇ ਸਨ, ਜੇ ਸੋ ਚੰਦਾ ਉਗਵੇ, ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਮੈਂ ਉਸੇ ਦਿਨ ਆਪਣੀ ਨੂੰਹ ਨੂੰ ਲੈ ਕੇ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਚਲਿਆ ਗਿਆ। ਗੁਰੂ ਨੇ ਐਡੀ ਕਿਰਪਾ ਵਰਤਾਈ, ਇਸ ਭੁੱਲੇ ਭਟਕੇ ਅਮਰਦਾਸ ਤੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਸੇਵਾ ਤੇ ਸਿਮਰਨ ਵਿੱਚ ਲਾ ਲਿਆ। ਮੈਨੂੰ ਪਰਮਾਤਮਾ ਨਾਲ ਹੀ ਨਹੀਂ ਮਿਲਾਇਆ ਬਲਕਿ ਧੰਨ ਗੁਰੂ ਅਮਰਦਾਸ ਬਣਾ ਦਿੱਤਾ। ਤੀਸਰੀ ਇੱਕ ਮੁਸ਼ਕਲ ਹੋਰ ਸਾਹਮਣੇ ਆਈ ਕਿ ਘਰ ਦੀਆਂ ਜ਼ਿੰਮੇਵਾਰੀਆਂ, ਘਰ ਦੇ ਦੁੱਖ ਕਲ ਕਲੇਸ਼ ਇੰਨੇ ਵੱਧ ਜਾਣ, ਮੁਸੀਬਤਾਂ ਜ਼ਿੰਦਗੀ ਚ ਇੰਨੀਆਂ ਆ ਜਾਣ, ਵੱਡੇ ਵੱਡੇ ਲੋਕ ਥਿੜਕ ਜਾਂਦੇ ਆ, ਪਰ ਇੰਨੀਆਂ ਵੱਡੀਆਂ ਮੁਸੀਬਤਾਂ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ, ਕਿਵੇਂ ਅਡੋਲਤਾ ਨਾਲ ਉਹਨਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਹੈ, ਇਹ ਧੰਨ ਗੁਰੂ ਰਾਮਦਾਸ ਸਾਹਿਬ ਦੱਸ ਗਏ। ਮਹਾਰਾਜ ਕਹਿੰਦੇ ਮੇਰੇ ਵੱਲ ਵੇਖ, 2 ਸਾਲ ਦਾ ਸੀ ਮਾਂ ਚਲੇ ਗਈ, 7 ਸਾਲ ਦਾ ਹੋਇਆ ਪਿਤਾ ਚਲਾ ਗਿਆ, ਮੈਨੂੰ ਘਰ ਵੀ ਛੱਡਣਾ ਪਿਆ, ਮੇਰੇ ਪਰਿਵਾਰ ਸ਼ਰੀਕੇ ਨੇ ਮੈਨੂੰ ਛੱਡ ਦਿੱਤਾ, ਲੋਕ ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਇੱਥੋਂ ਤੱਕ ਦੁਨੀਆ ਵਾਲਿਆਂ ਨੇ ਕਿਹਾ ਜੇਠੇ ਦਾ ਕੋਈ ਮੂੰਹ ਨਾ ਵੇਖੋ, ਇਹ ਬੜਾ ਨਿਰਭਾਗਾ ਹੈ, ਇਹਦਾ ਮੂੰਹ ਵੇਖਣਾ ਚੰਗਾ ਨਹੀਂ। ਲੋਕ ਤਾਂ ਮੇਰਾ ਮੂੰਹ ਵੇਖਣ ਵਾਸਤੇ ਵੀ ਤਿਆਰ ਨਹੀਂ ਸਨ, ਪਰ ਪਰਮਾਤਮਾ ਦੀ ਐਸੀ ਕਿਰਪਾ ਵਰਤੀ, ਮੇਰੀ ਕਿਸਮਤ, ਮੇਰੇ ਕਰਮ ਮੈਨੂੰ ਗੁਰੂ ਅਮਰਦਾਸ ਦੇ ਚਰਨਾਂ 'ਚ ਲੈ ਆਏ। ਮੈਨੂੰ ਸੇਵਾ ਤੇ ਸਿਮਰਨ ਦੀ ਦਾਤ ਮਿਲੀ। ਜਿਸ ਜੇਠੇ ਦਾ ਕੋਈ ਮੂੰਹ ਵੇਖਣਾ ਚੰਗਾ ਨਹੀਂ ਸਮਝਦਾ ਸੀ, ਜਿਹਦੇ ਕਹਿੰਦੇ ਸਨ ਕੱਪੜੇ ਫੱਟੇ ਨੇ, ਜਿਹਨੂੰ ਲੋਕ ਕਹਿੰਦੇ ਸਨ ਅਨਾਥ ਹੈ, ਯਤੀਮ ਹੈ, ਬੇਸਹਾਰਾ ਹੈ, ਅਨਪੜ੍ਹ ਹੈ, ਗੁਰੂ ਅਮਰਦਾਸ ਦੀ ਐਸੀ ਕਿਰਪਾ ਵਰਤੀ, ਉਹ ਜੇਠਾ ਨਥਾਵਾ ਨਿਮਾਣਾ ਨਿਤਾਣਾ ਧੰਨ ਗੁਰੂ ਅਮਰਦਾਸ ਨੇ ਇੱਕ ਦਿਨ ਸੋਢੀ ਸੁਲਤਾਨ ਗੁਰੂ ਰਾਮਦਾਸ ਬਣਾ ਦਿੱਤਾ। ਅੱਜ ਘਰ ਦੇਖੋ ਗੁਰੂ ਰਾਮਦਾਸ ਦਾ, ਉਹਦੇ ਵਰਗਾ ਘਰ ਕਿਤੇ ਨਹੀਂ, ਉਹਦੇ ਘਰ ਵਰਗਾ ਲੰਗਰ ਕਿਤੇ ਨਹੀਂ। ਜਿਹਦੇ ਕਹਿੰਦੇ ਸਨ ਕੱਪੜੇ ਫਟੇ, ਅੱਜ 5-5 ਲੱਖ ਦੇ ਰੁਮਾਲੇ ਉਹਦੇ ਇੱਕ ਦਿਨ ਦੀ ਪੋਸ਼ਾਕ ਹੈ ਗੁਰੂ ਰਾਮਦਾਸ ਦੀ। ਐਡੀ ਕਿਰਪਾ ਗੁਰੂ ਅਮਰਦਾਸ ਦੀ ਵਰਤੀ, ਭਾਵ ਕਿ ਸੰਸਾਰ ਦੀਆਂ ਮੁਸੀਬਤਾਂ, ਸੰਸਾਰ ਦੀਆਂ ਮੁਸ਼ਕਲਾਂ ਮਕਸਦ ਤੋਂ ਨਹੀਂ ਝਟਕਾ ਸਕੀਆਂ, ਆਪਣੀ ਮੰਜ਼ਿਲ ਤੇ ਚੱਲਦੇ ਰਹੇ, ਉਸ ਮੁਸੀਬਤਾਂ ਦਾ ਸਾਹਮਣਾ ਕਰਦੇ ਇੱਕ ਦਿਨ ਆਪਣੇ ਮਰਤਬੇ ਨੂੰ ਪਹੁੰਚ ਗਏ। ਫਿਰ ਚੌਥੀ ਵਿਚਾਰ ਇਹ ਆਈ, ਕੋਈ ਰੱਬ ਨੂੰ ਪਰਮਾਤਮਾ ਨੂੰ ਮਿਲਣਾ ਚਾਹੇ, ਦੁਨੀਆ ਇੱਕ ਪਾਸੇ ਹੋ ਕੇ ਜ਼ੁਲਮ ਕਮਾਉਣ ਤੇ ਆ ਜਾਏ, ਉਹਦੇ ਤਨ ਨੂੰ ਕਸ਼ਟ ਦੇਣ ਲੱਗ ਪਏ ਕਿ ਇਹਦੀ ਸੱਚ ਦੀ ਦੁਕਾਨ, ਇਹਦਾ ਸੱਚ ਦਾ ਪ੍ਰਚਾਰ ਬੰਦ ਕਰੋ, ਇਹਦਾ ਸੱਚ ਦਾ ਸਿਧਾਂਤ ਬੰਦ ਕਰੋ। ਜੇ ਐਵੇਂ ਨਹੀਂ ਮੰਨਦਾ, ਇਹਨੂੰ ਤਵੀਆਂ ਤੇ ਬਿਠਾ ਦਿਓ, ਇਹਦੇ ਸੀਸ ਵਿੱਚ ਗਰਮ ਰੇਤ ਪਾ ਦਿਓ, ਇਹਨੂੰ ਪਾਣੀ ਦੀਆਂ ਦੇਗਾਂ ਚੋਂ ਵਾਲ ਦਿਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਭ ਕੁਝ ਸਹਿਣ ਕਰਕੇ ਦੁਨੀਆ ਨੂੰ ਦੱਸ ਦਿੱਤਾ ਜੀ, ਆਪਣੇ ਤੇ ਬਗਾਨੇ ਰਲ ਕੇ, ਬਾਬਾ ਬਿਰਥੀ ਚੰਦ ਆਪਣਾ ਹੈ, ਆਪਣੇ ਤੇ ਦੂਜੇ ਰਲ ਕੇ ਤੁਹਾਡੇ ਤੇ ਇੰਨਾ ਕਹਿਰ ਕਰਨ, ਤੁਹਾਨੂੰ ਨਾਮ ਜਪਦਿਆਂ ਨੂੰ ਤਵੀਆਂ ਤੇ ਕੋਈ ਬਿਠਾ ਦੇ, ਤੁਹਾਨੂੰ ਨਾਮ ਜਪਦਿਆਂ ਨੂੰ ਕੋਈ ਪਾਣੀ ਦੀਆਂ ਦੇਗਾਂ 'ਚ ਉਬਾਲ ਦੇ, ਤੁਹਾਨੂੰ ਕੋਈ ਸਿਮਰਨ ਤੇ ਸੇਵਾ ਕਰਦਿਆਂ ਗਰਮ ਤੁਹਾਡੇ ਸੀਸ ਵਿੱਚ ਰੇਤ ਪਾ ਦੇ, ਆਪਣੇ ਸਿਧਾਂਤ ਤੋਂ ਨਾ ਥੜਕਿਓ, ਆਪਣੇ ਸਿਧਾਂਤ ਵੱਲ ਚੱਲਦੇ ਰਹੋ, ਧਰਮ ਵਿੱਚ ਅਡੋਲਤਾ ਰੱਖਿਓ, ਤੁਸੀਂ ਸ਼ਹੀਦਾਂ ਦੇ ਸਰਤਾਜ ਬਣ ਜਾਓਗੇ। ਐਸੀ ਬਖਸ਼ਿਸ਼ ਗੁਰੂ ਅਰਜਨ ਸਾਹਿਬ ਨੇ ਕੀਤੀ ਕਿ ਭਾਈ ਪਰਮਾਤਮਾ ਨੂੰ ਮਿਲੋ। ਆਹ ਮੁਸ਼ਕਲਾਂ ਸਾਹਮਣੇ ਆਉਂਦੀਆਂ ਨੇ, ਗੁਰੂ ਪੂਰਾ ਹੋਵੇ, ਗੁਰੂ ਸਮਰੱਥ ਹੋਵੇ, ਸਾਰੀਆਂ ਮੁਸ਼ਕਲਾਂ ਚੋਂ ਕੱਢ ਕੇ ਤੁਹਾਨੂੰ ਪਰਮਾਤਮਾ ਦੇ ਘਰ ਲੈ ਜਾਂਦਾ, ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਭੁੱਲੀ ਭਟਕੀ ਲੁਕਾਈ ਦੇ ਸਾਹਮਣੇ ਜਦੋਂ ਕੋਈ ਮਾਰਗਦਰਸ਼ਕ ਨਾ ਹੋਵੇ, ਭੁੱਲੀ ਭਟਕੀ ਲੁਕਾਈ ਦੇ ਸਾਹਮਣੇ ਜਦੋਂ ਹਨੇਰਾ ਹੀ ਹਨੇਰਾ ਹੋਵੇ, ਫਿਰ ਸਿਆਣੇ ਬੰਦੇ ਨੂੰ ਤਰਸ ਆਉਂਦਾ ਵੀ ਮੈਂ ਕੋਈ ਦੀਵਾ ਬਾਲ ਦਿਆਂ, ਜੇ ਸੂਰਜ ਨਹੀਂ, ਜੇ ਕੋਈ ਵੱਡੀ ਲਾਈਟ ਨਹੀਂ, ਮੈਂ ਦੀਵਾ ਤਾਂ ਬਾਲਾਂ। ਕਿਉਂਕਿ ਸਿਆਣਾ ਬੰਦਾ ਸੋਚਦਾ ਲੋਕ ਹਨੇਰੇ 'ਚ ਠੋਕਰਾਂ ਖਾ ਰਹੇ ਨੇ, ਇਹਨਾਂ ਨੂੰ ਥੋੜਾ ਜਿਹਾ ਸੌਖਾ ਕਰਦੇ ਆ ਰਸਤਾ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਣ। ਇਹੋ ਜਿਹੇ ਹਾਲਾਤਾਂ ਵਿੱਚ ਹੀ ਪਰਮਾਤਮਾ ਨੇ ਤਰਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਨੂੰ ਭੇਜਿਆ। ਖੈਰ ਮਹਾਰਾਜ ਸਾਹਿਬ ਕਹਿੰਦੇ ਆ, ਗੁਰੂ ਹੈ ਭਾਈ ਜਿਹੜਾ ਪਰਮਾਤਮਾ ਨਾਲ ਤੁਹਾਨੂੰ ਮਿਲਾ ਸਕਦਾ ਹੈ। ਗੁਰੂ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ। ਗੁਰੂ ਪੂਰਾ ਹੋਵੇ, ਗੁਰੂ ਸਮਰੱਥ ਹੋਵੇ। ਜਿਸ ਗੁਰੂ ਦੀ ਅੱਜ ਅਸੀਂ ਬਾਤ ਪਾਉਣ ਲੱਗੇ ਹਾਂ, ਉਹ ਪੂਰਾ ਹੈ, ਉਹ ਸਮਰੱਥ ਹੈ, ਉਹ ਅਗੰਮ ਹੈ, ਉਹ ਅਗੋਚਰ ਹੈ, ਉਹ ਪਾਰਾਵਾਰ ਤੋਂ ਰਹਿਤ ਹੈ, ਉਹ ਆਦ
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ। ਇਸ ਗੁਰੂ ਵਿੱਚ ਕਮੀ ਕੋਈ ਨਹੀਂ। ਕਹਿੰਦੇ ਨੇ ਇਸ ਗੁਰੂ ਦੇ ਵਿੱਚ ਗੁਣ ਹੀ ਗੁਣ ਨੇ, ਕਿਉਂਕਿ ਇਹ ਪਰਮਾਤਮਾ ਦੇ ਘਰ ਤੋਂ ਸਾਰੀਆਂ ਬਖਸ਼ਿਸ਼ਾਂ ਲੈ ਕੇ ਆਇਆ। ਇਹ ਪਰਮਾਤਮਾ ਦੇ ਘਰ ਤੋਂ ਸਾਂਝਿਆ ਨਵਾਜਿਆ ਹੈ। ਪਰਮਾਤਮਾ ਨੇ ਸਭ ਕੁਝ ਆਪਣਾ ਦੇ ਕੇ ਤੋਰਿਆ ਹੈ। ਪਰਮਾਤਮਾ ਦੇ ਗੁਣ ਕੀ ਨੇ, ਆਓ ਨਾਲ ਨਾਲ ਇਸ ਪਾਵਨ ਸ਼ਬਦਾਂ ਨੂੰ ਲੈ ਕੇ ਚੱਲੀਏ, ਸਾਨੂੰ ਪਰਮਾਤਮਾ ਦੇ ਗੁਣਾਂ ਦਾ ਵੀ ਪਤਾ ਲੱਗ ਜਾਏ। ਫਿਰ ਨਾਲ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਰਸਾਂਗੇ। ਸਾਨੂੰ ਇੱਕ ਗੱਲ ਸਮਝ ਆ ਜਾਏ ਕਿ ਗੁਰੂ ਨਾਨਕ ਤੇ ਪਰਮਾਤਮਾ ਵਿੱਚ ਅੰਤਰ ਕੋਈ ਨਹੀਂ ਹੈ। ਗੁਰੂ ਨਾਨਕ ਪਰਮਾਤਮਾ ਦਾ ਸਰਗੁਣ ਸਰੂਪ ਹੈ, ਪਰਮਾਤਮਾ ਨਿਰਗੁਣ ਸਰੂਪ ਹੈ। ਜਿਹੋ ਜਿਹੇ ਰੱਬ ਦੇ ਗੁਣ ਨੇ ਉਹ ਜਿਹੇ ਗੁਰੂ ਨਾਨਕ ਸਾਹਿਬ ਦੇ ਗੁਣ ਨੇ। ਜਿਹੋ ਜਿਹਾ ਰੱਬ ਦਾ ਸੁਭਾਅ ਉਹ ਜਿਹਾ ਗੁਰੂ ਨਾਨਕ ਦਾ ਸੁਭਾਅ ਹੈ। ਜਿਹੋ ਜਿਹਾ ਪਰਮਾਤਮਾ ਦਾ ਵਿਧੀ ਵਿਧਾਨ ਨਿਯਮ ਮਰਿਆਦਾ ਹੈ, ਉਹੀ ਨਿਯਮ ਮਰਿਆਦਾ ਗੁਰੂ ਨਾਨਕ ਸਾਹਿਬ ਦੀਆਂ, ਕੋਈ ਅੰਤਰ ਨਹੀਂ। ਆਓ ਇਸ ਪਾਵਨ ਪਵਿੱਤਰ ਸਵਈਏ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਧੰਨ ਗੁਰੂ ਰਾਮਦਾਸ ਸਾਹਿਬ ਦੀ ਉਸਤਤ ਵਡਿਆਈ ਕਰਦਿਆਂ ਪਟ ਮਥੁਰਾ ਜੀ ਦੇ ਅੱਜ ਸਵਈਏ ਪ੍ਰਾਰੰਭ ਹੋਣ ਲੱਗਿਆ ਗੁਰੂ ਰਾਮਦਾਸ ਸਾਹਿਬ ਦੀ ਉਸਤਤ ਵਿੱਚ। ਉਹ ਪਰਮਾਤਮਾ ਦੀ ਸਿਫਤ ਦੇ ਨਾਲ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਸਿਫਤ ਕਰ ਰਹੇ ਹਨ। ਪਿਆਰ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਗਮ ਅਨੰਤ ਅਨਾਦ ਆਦਿ ਜਿਸ ਕੋਈ ਨਾ ਜਾਣੈ। ਅਗਮ ਅਨੰਤ ਅਨਾਦ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਤੁਸੀਂ ਅਗਮ ਦਾ ਅਰਥ ਹੁੰਦਾ ਪਹੁੰਚ ਤੋਂ ਪਰੇ, ਸਾਡੀ ਪਕੜ ਵਿੱਚ, ਸਾਡੀ ਪਹੁੰਚ ਵਿੱਚ ਨਹੀਂ। ਹੁਣ ਇਹ ਨਾ ਸੋਚਣਾ ਵੀ ਜੋ ਪਹੁੰਚ ਵਿੱਚ ਹੀ ਨਹੀਂ ਫਿਰ ਉਹਨੂੰ ਮਿਲਣਾ ਵੀ ਕਾਹਦੇ ਲਈ। ਉਹਨੂੰ ਮਾਣ ਸਕਦੇ ਆ, ਉਹਦੇ ਗੁਣ ਸਾਡੇ ਜਾ ਸਕਦੇ ਆ, ਉਹਦਾ ਸੁਭਾਅ ਸਾਨੂੰ ਸਮਝ ਆ ਸਕਦਾ, ਉਹਦੀ ਰਹਿਮਤ ਇੱਕ, ਕਿਉਂਕਿ ਪਰਮਾਤਮਾ ਵਿਅਕਤੀ ਨਹੀਂ, ਪਰਮਾਤਮਾ ਇੱਕ ਸ਼ਕਤੀ ਹੈ। ਵਿਅਕਤੀ ਪਕੜ ਚ ਆਉਂਦਾ, ਸ਼ਕਤੀ ਪਕੜ ਵਿੱਚ ਨਹੀਂ ਆਉਂਦੀ, ਲੇਕਿਨ ਉਹ ਸ਼ਕਤੀ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਉਹ ਸ਼ਕਤੀ ਦੀ ਹੋਂਦ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਪਰਮਾਤਮਾ ਤੁਸੀਂ ਅਗਮ ਹੋ, ਸਾਡੀ ਪਹੁੰਚ ਤੋਂ ਪਰੇ ਹੋ। ਅਨੰਤ ਦਾ ਅਰਥ ਹੁੰਦਾ ਤੁਸੀਂ ਬੇਅੰਤ ਹੋ। ਅਨੰਤ ਕਲਾ ਹੋਏ ਠਾਕੁਰ ਚੜਿਆ, ਜਿਹਦੀਆਂ ਕਲਾ ਦਾ, ਜਿਹਦੀਆਂ ਸ਼ਕਤੀਆਂ ਦਾ, ਜਿਹਦੇ ਗੁਣਾਂ ਦਾ ਵਿਖਿਆਨ ਨਾ ਹੋ ਸਕਦਾ ਹੋਵੇ। ਅਸੀਂ ਦੱਸ ਹੀ ਨਾ ਸਕਦੇ ਹੋਈਏ ਪਰਮਾਤਮਾ ਕਿੰਨਾ ਵੱਡਾ ਹੈ, ਕਿਹੋ ਜਿਹਾ ਉਹਦਾ ਗੁਣ, ਕਿੰਨੇ ਗੁਣ ਨੇ, ਉਹਦੇ ਨਾਮ ਕਿੰਨੇ ਨੇ, ਉਹਦੇ ਰੂਪ ਕਿੰਨੇ ਨੇ। ਜਦੋਂ ਇਸ ਗੱਲ ਦਾ ਵਿਖਿਆਨ ਨਾ ਹੋਵੇ ਫਿਰ ਸ਼ਬਦ ਅਨੰਤ ਲੱਗ ਜਾਂਦਾ। ਤੁਸੀਂ ਅਗਮ ਹੋ, ਅਨੰਤ ਹੋ, ਅਨਾਦ। ਅਨਾਦ ਦਾ ਅਰਥ ਹੁੰਦਾ ਆਦ ਤੋਂ ਰਹਿਤ। ਆਦ ਜਿਸ ਕੋਈ ਨਾ ਜਾਣੈ। ਦੁਨੀਆ ਤੇ ਕੋਈ ਵੀ ਇਹ ਨਹੀਂ ਦੱਸ ਸਕਦਾ ਪਰਮਾਤਮਾ ਤੇਰਾ ਆਦ ਕੀ ਹੈ, ਤੇਰਾ ਮੁੱਢ ਕੀ ਹੈ, ਤੂੰ ਕਿਸ ਦਿਨ ਹੋਂਦ ਵਿੱਚ ਆਇਆ, ਤੇਰਾ ਜਨਮ ਕਿਸ ਦਿਨ, ਤੇਰਾ ਪ੍ਰਕਾਸ਼ ਕਿਸ ਦਿਨ, ਤੇਰੀ ਹੋਂਦ ਕਿਸ ਦਿਨ ਪ੍ਰਗਟ ਹੋਈ। ਇਹ ਦੁਨੀਆ ਤੇ ਕੋਈ ਵੀ ਪੈਗੰਬਰ ਨਹੀਂ ਦੱਸ ਸਕਦਾ। ਇਹ ਸਿਰਫ ਪਰਮਾਤਮਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪਣੇ ਆਪ ਨਿਰੰਜਨ ਸੋਏ। ਉਹ ਆਪਣੀ ਇਸ ਗੱਲ ਵਿੱਚ ਨੂੰ, ਇਸ ਵਿਧਾਨ ਨੂੰ ਪਰਮਾਤਮਾ ਸਿਰਫ ਆਪ ਜਾਣਦਾ, ਹੋਰ ਕਿਸੇ ਨੂੰ ਕੁਝ ਨਹੀਂ ਪਤਾ ਜੀ। ਸਿਰ ਬਿਰੰਚ ਧਰ ਧਿਆਨ ਨਿਤ ਹੈ ਜਿਸ ਵੇਦ ਬਖਾਣਾ। ਸ਼ਿਵ ਦਾ ਅਰਥ ਹੈ ਭਗਵਾਨ ਸ਼ਿਵ ਜੀ, ਗ੍ਰੰਥ ਦਾ ਅਰਥ ਹੈ ਭਗਵਾਨ ਬ੍ਰਹਮਾ ਜੀ। ਸ਼ਿਵ ਜੀ, ਬ੍ਰਹਮਾ ਜੀ, ਇਹ ਸਾਰੇ ਤੇਰੇ ਨਾਮ ਦਾ, ਤੇਰੇ ਚਰਨਾਂ ਦਾ ਧਿਆਨ ਧਰਦੇ ਨੇ, ਸਾਰੇ ਤੇਰੇ ਗੁਣ ਗਾ ਰਹੇ ਆ, ਸਾਰੇ ਤੈਨੂੰ ਪਰਮਾਤਮਾ ਧਿਆਰਿਆ। ਪਰ ਇਹਨਾਂ ਨੂੰ ਵੀ ਨਹੀਂ ਪਤਾ ਤੇਰਾ ਆਦ ਕਦੋਂ ਹੈ, ਤੇਰਾ ਮੁੱਢ ਕਦੋਂ ਹੈ। ਨਿਤ ਹੈ ਜਿਸ ਵੇਦ ਬਖਾਣਾ। ਵੇਦਾਂ ਦੇ ਵਿੱਚ ਵੀ ਤੇਰੀ ਵਡਿਆਈ ਹੈ, ਵੇਦਾਂ ਵਿੱਚ ਤੇਰਾ ਨਾਮ ਹੈ, ਤੇਰਾ ਜ਼ਿਕਰ ਹੈ, ਤੇਰੀ ਉਪਮਾ ਹੈ, ਤੇਰੀ ਗੱਲ ਵਾਰ-ਵਾਰ ਕੀਤੀ ਗਈ। ਪਰ ਜਿਹੜੇ ਵੇਦਾਂ ਨੂੰ ਪੜ੍ਹ ਕੇ ਅੱਗੇ ਸੁਣਾਇਆ ਜਾਂਦਾ, ਉਹ ਵੇਦ ਵੀ ਨਹੀਂ ਦੱਸ ਸਕਦੇ ਕਿ ਤੇਰਾ ਆਦ ਮੁੱਢ ਕਦੋਂ ਦਾ ਹੈ। ਤੂੰ ਅਗੰਮ ਅਨੰਤ ਤੇ ਅਨਾਦ ਹੈ, ਤੇਰੀ ਹੋਂਦ ਕਦੋਂ ਆਈ ਇਹ ਕਿਸੇ ਨੂੰ ਕੁਝ ਨਹੀਂ ਪਤਾ। ਸਭ ਧਿਆਨ ਲਾ ਕੇ ਤੇਰੇ ਚਰਨਾਂ ਨਾਲ ਜੁੜ ਕੇ ਆਨੰਦ ਮਾਣ ਰਹੇ ਹਨ। ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ। ਕਿਉਂਕਿ ਪਰਮਾਤਮਾ ਤੁਸੀਂ ਨਿਰੰਕਾਰ ਹੋ, ਤੁਹਾਡਾ ਆਕਾਰ ਕੋਈ ਨਹੀਂ। ਜਿਹੜਾ ਆਕਾਰ ਵਿੱਚ ਹੋਵੇ ਉਹ ਕਿਤੇ ਸਮਝਿਆ ਜਾ ਸਕਦਾ ਹੈ, ਉਹਦੀ ਕਿਸੇ ਨਾਲ ਤਸ਼ਬੀਹ ਵੀ ਦਿੱਤੀ ਜਾ ਸਕਦੀ ਹੈ ਕਿ ਇਹ ਫਲਾਣੇ ਵਰਗਾ ਹੈ। ਹੁਣ ਰੱਬ ਦੀ ਤਸ਼ਬੀਹ ਕਿਹਦੇ ਨਾਲ ਦਿਓਗੇ? ਰੱਬ ਵਰਗਾ ਕੋਈ ਹੈ ਹੀ ਨਹੀਂ, ਰੱਬ ਦੇ ਬਰਾਬਰ ਕੋਈ ਨਹੀਂ ਹੈ, ਰੱਬ ਤੋਂ ਵੱਡਾ ਕੋਈ ਨਹੀਂ, ਫਿਰ ਉਹਦੀ ਤਸ਼ਬੀਹ ਵੀ ਦੇਣੀ ਮੁਸ਼ਕਲ ਹੈ। ਮਹਾਰਾਜ ਸਾਹਿਬ ਕਹਿ ਰਿਹਾ ਨਿਰੰਕਾਰ, ਤੁਸੀਂ ਆਕਾਰ ਤੋਂ ਰਹਿਤ ਹੋ। ਨਿਰਵੈਰ, ਪਰਮਾਤਮਾ ਤੁਹਾਡਾ ਵੈਰ ਕਿਸੇ ਨਾਲ ਨਹੀਂ। ਵੈਰ ਉਹਦਾ ਹੁੰਦਾ ਜਿਹਦੇ ਕੋਈ ਬਰਾਬਰ ਖੜਾ ਹੋਵੇ, ਜਾਂ ਉਹ ਤੋਂ ਕੋਈ ਵੱਡਾ ਹੋਵੇ, ਜਾਂ ਕਿਸੇ ਦਾ ਡਰ ਹੋਵੇ। ਪਰਮਾਤਮਾ ਨਿਰਭਉ ਵੀ ਹੈ, ਨਿਰਵੈਰ ਵੀ ਹੈ। ਉਹ ਤੋਂ ਵੱਡਾ ਕੋਈ ਨਹੀਂ, ਉਹਨੂੰ ਡਰ ਕਿਸੇ ਦਾ ਨਹੀਂ, ਉਹਦੇ ਬਰਾਬਰ ਕੋਈ ਨਹੀਂ, ਉਹਦਾ ਵੈਰ ਕਿਸੇ ਨਾਲ ਨਹੀਂ।
क्योंकि सतगुर सबना का भला बनाएगा। ओदा भाई नानक सतगुर ऐसा जानिया जो सबसे ले मिलाई जियो। गुरु परमात्मा तो ये जो सारे नाल मिला के चले, बैर नहीं किसी नाल रखता, अमर नहीं दूसर कोई, तेरे वर्गा परमात्मा होर कोई नहीं, तेरे जिड्डा होर कोई नहीं, तेरे तो बड़ा होर कोई नहीं, तेरे वर्गा तेरे जिन्ना दीन दयाल पतत पावन करना दान अंतरजामी बख्शिशां दा खजाना पूरी दुनिया सी वेख लई, तेरे वर्गा ते तेरे जिड्डा कोई बराबर, तेरे बराबर दा कोई नजर नहीं आया जी। ਭੰਜਨ ਕਾਰਣ ਸਮਰਥ ਤਰਨ ਤਾਰਨ ਪ੍ਰਭ ਸੋਈ। ਭੰਜਨ ਦਾ ਅਰਥ ਹੁੰਦਾ ਦੁੱਖਾਂ ਕਲੇਸ਼ਾਂ ਵਿਗਨਾਂ ਨੂੰ ਭੰਨਣ ਵਾਲਾ। ਸਾਡੇ ਜਿਹੜੇ ਅੰਤਰੀਵ ਦੁਸ਼ਮਣ ਨੇ ਦਲ ਬਣਾ ਕੇ ਆਉਂਦੇ ਆ ਨਾ, ਪੰਜ ਵਿਕਾਰ ਹੀ ਨਹੀਂ, ਪੰਜ ਵਿਕਾਰਾਂ ਦੀ ਫੌਜ ਬੜੀ ਵੱਡੀ ਹੈ। ਇਹ ਦਲ ਰੂਪ ਵਿੱਚ ਜਦੋਂ ਹਮਲਾ ਕਰਦੇ ਆ, ਇਹਨਾਂ ਦੁਸ਼ਮਣਾਂ ਦੇ ਦਲਾਂ ਨੂੰ ਭੰਨਣ ਵਾਲਾ ਤੇਰਾ ਨਾਮ ਹੈ। ਭੰਜਨ ਦਾ ਅਰਥ ਹੈ ਭੰਨਣ ਵਾਲਾ, ਤੇ ਅਗਲਾ ਅਰਥ ਹੈ ਗੜ। ਤੁਸੀਂ ਘੜਨਹਾਰ ਹੋ, ਤੁਸੀਂ ਇਹ ਸਾਰੇ ਵਰਤਾਰੇ ਦੇ ਸਿਰਜਣਹਾਰੇ ਹੋ, ਤੁਸੀਂ ਸਾਰਿਆਂ ਦੇ ਰਚਨਾਤਮਕ ਹੋ, ਸਾਰਿਆਂ ਦੇ ਪੈਦਾਵਾਰ ਕਰਨ ਵਾਲੇ ਤੁਸੀਂ ਹੋ, ਸਾਰਿਆਂ ਨੂੰ ਚਲਾਉਣ ਵਾਲੇ ਤੁਸੀਂ ਹੋ, ਜਿਹਦੀ ਵਾਰੀ ਆਈ ਉਹਨਾਂ ਨੂੰ ਲਿਜਾਣ ਵਾਲੇ ਵੀ ਤੁਸੀਂ ਹੋ। ਸਮਰਥ ਇੱਥੇ ਇੱਕ ਕਵੀ ਜੀ ਨੇ ਕਵਿਤਾ ਦਾ ਤੋਲ ਪੂਰਾ ਕਰਨ ਵਾਸਤੇ ਸਮਰਥ ਸ਼ਬਦ ਵਰਤਿਆ ਹੈ। ਵੈਸੇ ਸਮਰੱਥੀ ਹੈ, ਅਰਥ ਦੇ ਸਮਰੱਥੀ ਨੇ ਕਿ ਤੁਸੀਂ ਇਹਨਾਂ ਗੱਲਾਂ ਵਿੱਚ ਸਮਰੱਥ ਹੋ, ਤੁਹਾਡੇ ਵਿੱਚ ਕਮੀ ਕੋਈ ਨਹੀਂ ਹੈ। ਤਰਨ ਤਾਰਨ ਪ੍ਰਭ ਸੋਈ। ਸਤਿਗੁਰੂ ਤੁਹਾਡਾ ਨਾਮ ਇੱਕ ਜਹਾਜ਼ ਦੀ ਤਰ੍ਹਾਂ ਹੈ, ਜਿਸ ਜਹਾਜ਼ ਵਿੱਚ ਬਿਠਾ ਕੇ ਤੁਸੀਂ ਦੁਨੀਆ ਦੇ ਬੇੜੇ ਪਾਰ ਲਾਉਂਦੇ ਹੋ, ਇਸ ਭਵ ਸਾਗਰ ਤੋਂ ਪਾਰ ਕਰਦੇ ਹੋ। ਤੁਸੀਂ ਪਰਮਾਤਮਾ ਇੱਕ ਨਾਮ ਦਾ ਬੇੜਾ ਬੋਹਿਤ ਤਿਆਰ ਕੀਤਾ, ਤੁਸੀਂ ਨਾਮ ਦਾ ਜਹਾਜ਼ ਤਿਆਰ ਕੀਤਾ, ਜਿਹੜਾ ਕੋਈ ਭਾਵਨਾ ਨਾਲ ਤੁਹਾਡੇ ਇਸ ਚਰਨਾਂ ਵਿੱਚ ਆਉਂਦਾ ਹੈ, ਉਹਨੂੰ ਨਾਮ ਦੇ ਬੇੜੇ 'ਚ ਬਿਠਾ ਕੇ ਭਵ ਸਾਗਰ ਤੋਂ ਪਾਰ ਕਰ ਦਿਓ। ਤੁਹਾਡੇ ਇਹ ਨਾਮ ਦੀ ਤਾਕਤ ਹੈ ਜੀ। ਨਾਨਾ ਪ੍ਰਕਾਰ ਜਿਨ ਜਨ ਕੀਓ, ਜਨ ਮਥੁਰਾ ਰਸਨਾ ਰਸੈ। ਨਾਨਾ ਦਾ ਅਰਥ ਹੁੰਦਾ ਅਨੇਕ ਪ੍ਰਕਾਰ, ਬਹੁਤ ਤਰ੍ਹਾਂ ਦਾ, ਜਿਸ ਨੇ ਇਹ ਸਾਰਾ ਜਗ ਨੂੰ ਰਚਨਾ ਵਿੱਚ ਲਿਆਂਦਾ ਹੈ। ਕਿੰਨੇ ਤਰ੍ਹਾਂ ਦੀ ਦੁਨੀਆ, ਕਿੰਨੇ ਤਰ੍ਹਾਂ ਦੇ ਲੋਕ ਹਿੰਦੁਸਤਾਨ ਵਿੱਚ ਹੀ ਦੇਖੋ, ਕਿੰਨੇ ਧਰਮਾਂ ਦੇ, ਕਿੰਨੇ ਜਾਤ ਮਜ਼ਹਬਾਂ ਦੇ ਲੋਕ ਰਹਿ ਰਹੇ। ਵੈਸੇ ਗੁਰਮਤ ਕਿਸੇ ਜਾਤ ਨੂੰ ਨਹੀਂ ਮੰਨਦੀ, ਪਰ ਚਲੋ ਸੰਸਾਰ ਦੀਆਂ ਵੰਡੀਆਂ ਮੁਤਾਬਕ ਤੁਸੀਂ ਕੇਰਲਾ ਵਿੱਚ ਚਲੇ ਜਾਓ, ਉੜੀਸਾ ਚਲੇ ਜਾਓ, ਤਾਮਿਲਨਾਡੂ ਚਲੇ ਜਾਓ, ਕਰਨਾਟਕਾ ਵਿੱਚ ਚਲੇ ਜਾਓ, ਵੈਸਟ ਬੰਗਾਲ ਵਿੱਚ ਚਲੇ ਜਾਓ, ਸਾਰਿਆਂ ਦੇ ਰਸਮ ਰਿਵਾਜ ਅਲੱਗ-ਅਲੱਗ, ਬੋਲੀ ਅਲੱਗ-ਅਲੱਗ, ਰੰਗ ਨਸਲ ਰੂਪ ਅਲੱਗ-ਅਲੱਗ, ਉਹਨਾਂ ਦਾ ਧਰਮ ਅਲੱਗ-ਅਲੱਗ, ਖਾਣ ਪਾਣ ਅਲੱਗ, ਪਹਿਰਾਵੇ ਅਲੱਗ, ਪਰ ਸਾਜਣ ਵਾਲਾ ਪਰਮਾਤਮਾ ਇੱਕੋ ਹੀ ਹੈ। ਉਹਨੇ ਕਿੰਨੇ ਤਰ੍ਹਾਂ ਦੀ ਦੁਨੀਆ ਸਾਜ ਦਿੱਤੀ। ਇਹ ਇਕੱਲੀ ਮਨੁੱਖਾ ਸ਼੍ਰੇਣੀ ਦੀ ਗੱਲ। ਅਰਬ ਦੇਸ਼ਾਂ ਵਿੱਚ ਚਲੇ ਜਾਓ, ਉੱਥੇ ਹੋਰ ਕੁਝ ਹੈ। ਤੁਸੀਂ ਯੂਰਪ ਦੀਆਂ ਕੰਟਰੀਆਂ ਚਲੇ ਜਾਓ, ਉੱਥੋਂ ਦੇ ਰਹਿਣ ਸਹਿਣ, ਬੋਲੀ ਤੇ ਰੰਗ ਰੂਪ ਨਸਲ ਹੋਰ ਕਿਸਮ ਦੀ ਹੈ। ਪੱਛਮੀ ਦੇਸ਼ਾਂ ਵਿੱਚ ਚਲੇ ਜਾਓ, ਉੱਥੋਂ ਦੇ ਵਰਤਾਰੇ, ਰਹਿਣ ਸਹਿਣ ਦੇ ਤੌਰ ਢੰਗ ਤਰੀਕੇ ਜਿਹੜੇ ਆ ਉਹ ਉਹਨਾਂ ਦੇ ਆਪਣੇ ਨੇ। ਇੱਕ ਸਾਜਣ ਵਾਲਾ ਇੱਕ ਹੈ, ਪਰ ਕਿੰਨੇ ਤਰ੍ਹਾਂ ਦੀ ਦੁਨੀਆ ਉਹਨੇ ਸਾਜ ਦਿੱਤੀ, ਕਿੰਨੇ ਧਰਮ, ਕਿੰਨੇ ਉਹਨੇ ਪਰਮਾਤਮਾ ਨੇ ਕਿੰਨੇ ਤਰ੍ਹਾਂ ਦੀ ਦੁਨੀਆ ਸਾਜੀ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿਤ, ਕਿੰਨੀਆਂ ਖਾਣੀਆਂ ਨੇ, ਕਿੰਨੀਆਂ ਬਾਣੀਆਂ ਨੇ। ਚਾਰ ਤਰ੍ਹਾਂ ਵੈਸੇ ਅੰਡਰ ਜੇਰ ਸੇਤ ਉਤਪਜ, ਇਹ ਚਾਰ ਤਰ੍ਹਾਂ ਨਾਲ ਪੈਦਾਵਾਰ ਹੈ। ਚਾਰਾਂ ਚੀਜ਼ਾਂ ਨਾਲ ਉਤਪਜ ਹੈ, ਪੈਦਾਵਾਰ ਜਨਮ ਹੈ। ਤੇ ਮਹਾਰਾਜ ਸਾਹਿਬ ਪਰਮਾਤਮਾ ਨੇ ਇਹ ਚਾਰੇ ਖਾਣੀਆਂ ਵਿੱਚੋਂ ਕਿੰਨੇ ਵੱਡੇ ਬ੍ਰਹਿਮੰਡ ਨੂੰ ਸਿੰਧ ਦਿੱਤਾ। ਆ ਸਾਨੂੰ ਜਿਹੜਾ ਪਸੀਨਾ ਹੁੰਦਾ ਨਾ, ਇਹਦੇ ਵਿੱਚੋਂ ਵੀ ਜਰਾਸੀਮ ਪੈਦਾ ਹੁੰਦੇ ਆ। ਕਿਆ ਉਸ ਪਰਮਾਤਮਾ ਦੀ ਕਲਾਕ੍ਰਿਤੀ ਹੈ। ਪੱਥਰਾਂ ਦੇ ਵਿੱਚ ਕੀੜੇ ਪੈਦਾ ਕਰਦਾ, ਕੀੜੇ ਨਹੀਂ ਪੈਦਾ ਕਰਦਾ, ਰਿਜ਼ਕ ਦਾ ਪ੍ਰਬੰਧ ਵੀ ਕਰਦਾ। ਕਿੱਡੀ ਵਿਸ਼ਾਲਤਾ ਹੈ, ਕਿੱਡਾ ਦੀਨ ਦਿਆਲ ਪਤਤ ਪਾਵਨ ਹੈ। ਹੁਣ ਇਹੋ ਜਿਹੇ ਪਰਮਾਤਮਾ ਦਾ ਅੰਤ ਕਿਵੇਂ ਪਾਵਾਂਗੇ, ਉਹਦੇ ਪਾਰਾਵਾਰ ਨੂੰ ਕਿਵੇਂ ਜਾਣਾਂਗੇ, ਉਹ ਸਾਡੀ ਪਹੁੰਚ ਵਿੱਚ ਕਿਵੇਂ ਆਏਗਾ, ਪਕੜ ਵਿੱਚ ਕਿਵੇਂ ਆਏਗਾ। ਬਸ ਸ਼ੁਕਰਾਨੇ ਵਿੱਚ ਅਸੀਂ ਉਹਨੂੰ ਧੰਨ ਗੁਰੂ ਵਾਹਿਗੁਰੂ 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 ਕਹਿ ਕੇ ਸਤਿਕਾਰ ਪਿਆਰ ਸਨਮਾਨ ਦੇ ਕੇ ਆਪਣਾ ਜੀਵਨ ਸਫਲ ਕਰ ਸਕਦੇ ਆ। ਉਹਦੇ ਵੱਡੇ ਦੀਆਂ ਵਡਿਆਈਆਂ ਕਰਕੇ ਜੀਵਨ ਸਫਲ ਕਰ ਸਕਦੇ ਆ। ਭੱਟ ਮਥਰਾ ਜੀ ਕਹਿੰਦੇ, ਜਦੋਂ ਮੈਂ ਧਿਆਨ ਲਾ ਕੇ ਵੇਖਿਆ ਕਿ ਉਹ ਪਰਮਾਤਮਾ ਇੱਕ ਤੇ ਅਡੰਬਰ ਇੰਨਾ ਵੱਡਾ, ਇੰਨਾ ਕੁਛ ਉਸ ਇਕੱਲੇ ਨਹੀਂ ਸਾਜਿਆ, ਮੇਰੇ ਕੋਲੇ ਕਹਿਣ ਲਈ ਸ਼ਬਦ ਨਹੀਂ। ਬਸ ਮੈਂ ਆਪਣੀ ਰਸਨਾ ਨਾਲ ਉਹਦੇ ਗੁਣ ਗਾ ਰਿਹਾ, ਉਹਨੂੰ ਧੰਨ ਕਹਿ ਰਿਹਾ, ਆਪਣੇ ਜੀਵਨ ਨੂੰ ਸਫਲ ਕਰ ਰਿਹਾ, ਆਪਣੇ ਸਵਾਸਾਂ ਨੂੰ ਸਫਲ ਕਰ ਰਿਹਾ। ਉਹਦਾ ਪਾਰਾਵਾਰ ਮੇਰੇ ਕੋਲ ਕੋਈ ਨਹੀਂ ਹੈ, ਇਸ ਲਈ ਰਸਨਾ ਨਾਲ ਜਪ ਕੇ ਆਪਣੇ ਜੀਵਨ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਜੀ ਕਹੈ ਬਸੈ।
ਵੈਸੇ ਤਾਂ ਜਦੋਂ ਸ਼੍ਰੀ ਸ਼ਬਦ ਆਉਂਦਾ ਇਹ ਸਤਿਕਾਰਯੋਗ ਵੀ ਹੈ ਤੇ ਲక్ష్ਮੀ ਦਾ ਜਿਹੜਾ ਖਸਮ ਹੈ, ਲక్ష్ਮੀ ਦਾ ਜਿਹੜਾ ਟਿਕਾਣਾ ਹੈ, ਲక్ష్ਮੀ ਦਾ ਜਿਹੜਾ ਪਰਪਤੀ ਪਰਮੇਸ਼ਵਰ ਹੈ ਉਹ ਅਕਾਲ ਪੁਰਖ ਪਰਮਾਤਮਾ ਹੈ। ਪਰਮਾਤਮਾ ਦੇ ਚਰਨਾਂ ਵਿੱਚ ਹੀ ਸ਼੍ਰੀ ਲక్ష్ਮੀ ਦਾ ਨਿਵਾਸ ਹੈ। ਸ਼੍ਰੀ ਸਤਨਾਮ ਉਹ ਅਕਾਲ ਪੁਰਖ ਦਾ ਨਾਮ ਭਾਈ ਸਤ ਹੈ। ਸਦੀਵ ਕਾਲ ਜੁਗੋ ਜੁਗ ਅਟਲ ਰਹਿਣ ਵਾਲਾ ਮੂਲ ਮੰਤਰ ਜਿਹੜਾ ਅਸੀਂ ਪਾਠ ਕਰਦੇ ਆ, ਇਹ ਸਾਰੀ ਪਰਮਾਤਮਾ ਦੀ ਸਿਫਤ ਹੈ, ਪਰਮਾਤਮਾ ਦੇ ਗੁਣ ਨੇ, ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਹੈ, ਉਹਦਾ ਸੁਭਾਅ ਨੇਮ ਇਹ ਦੱਸਿਆ ਗਿਆ ਮੂਲ ਮੰਤਰ ਵਿੱਚ। ਮਹਾਰਾਜ ਕਹਿ ਰਿਹਾ ਸ੍ਰੀ ਸਤਨਾਮ ਤੇਰਾ ਨਾਮ ਸੱਚਾ, ਜਿਹਦਾ ਨਾਮ ਸੱਚਾ ਹੈ, ਕਰਤਾ ਸਾਰੇ ਸੰਸਾਰ ਦਾ ਕਰਤਾ ਉਹ ਆਪ ਹੈ, ਬਣਾਉਣ ਵਾਲਾ, ਚਲਾਉਣ ਵਾਲਾ ਤੇ ਨਾਸ਼ਵੰਤ ਕਰਨ ਵਾਲਾ ਉਹ ਪਰਮਾਤਮਾ ਕਰਤਾ ਪੁਰਖ। ਉਹ ਪੁਰਖ ਇਸ ਕਰਕੇ ਵੀ ਜੋ ਕੁਛ ਉਹਨੇ ਬਣਾਇਆ ਸਾਰਿਆਂ ਦੇ ਵਿੱਚ ਉਹ ਬੈਠ ਗਿਆ। ਪਰਮਾਤਮਾ ਕਿਸੇ ਤੋਂ ਵੱਖ ਨਹੀਂ। ਕੋਈ ਮੂਰਤੀ ਬਣਾਵੇ, ਮੂਰਤੀ ਕਿਤੇ ਹੁੰਦੀ ਆ, ਬਣਾਉਣ ਵਾਲਾ ਕਿਤੇ ਹੁੰਦਾ। ਕੋਈ ਕਾਰ ਬਣਾਵੇ, ਬਣਾਉਣ ਵਾਲਾ ਕਿਤੇ ਤੇ ਕਾਰ ਕਿਤੇ ਹੁੰਦੀ ਹੈ। ਕੋਈ ਘਰ ਬਣਾਵੇ, ਘਰ ਬਣਾਉਣ ਵਾਲਾ ਕਿਤੇ ਤੇ ਘਰ ਕਿਤੇ ਹੁੰਦਾ, ਉਹਦੇ ਵਿੱਚ ਨਹੀਂ ਬੈਠਦਾ। ਇਹ ਪਰਮਾਤਮਾ ਇਸੇ ਕਰਕੇ ਤੋਂ ਕਰਤਾ ਪੁਰਖ ਹੈ। ਜੋ ਕੁਝ ਤੂੰ ਸੰਸਾਰ ਵਿੱਚ ਸਾਜਿਆ, ਸਾਜਣ ਤੋਂ ਬਾਅਦ ਸਾਰਿਆਂ ਦੇ ਵਿੱਚ ਬੈਠ ਗਿਆ, ਕਿਸੇ ਤੋਂ ਵੱਖ ਨਹੀਂ, ਸਾਰਿਆਂ ਦੇ ਵਿੱਚ ਹੀ ਆਪਣਾ ਆਪ ਟਿਕਾ ਲਿਆ ਹੈ। ਇਹੋ ਜਿਹਾ ਪਰਮਾਤਮਾ ਭੱਟ ਮਥੁਰਾ ਜੀ ਕਹਿੰਦੇ ਆ ਗੁਰੂ ਰਾਮਦਾਸ ਚਿੱਤ ਹੈ ਵਸੈ। ਗੁਰੂ ਰਾਮਦਾਸ ਪਾਤਸ਼ਾਹ ਦੇ ਚਿੱਤ ਵਿੱਚ ਵਸ ਰਿਹਾ ਉਹ ਪਰਮਾਤਮਾ, ਜਿਸ ਪਰਮਾਤਮਾ ਦੇ ਆਪਾਂ ਗੁਣ ਜ਼ਿਕਰ ਕੀਤਾ ਹੈ। ਇਹੋ ਜਿਹੇ ਗੁਣਾਂ ਦਾ ਮਾਲਕ ਸਤਨਾਮ ਸਦਾ ਸਦੀਵ ਕਾਲ ਰਹਿਣ ਵਾਲਾ ਪਰਮਾਤਮਾ ਉਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸਦੀਵ ਕਾਲ ਲਈ ਚਿੱਤ ਵਿੱਚ ਵਸ ਚੁੱਕਿਆ ਹੈ। ਉਹਨਾਂ ਦੇ ਨਿਰੰਤਰ ਚਿੱਤ ਵਿੱਚ ਵਸ ਰਿਹਾ ਹੈ। ਜੇ ਪਰਮਾਤਮਾ ਗੁਰੂ ਰਾਮਦਾਸ ਦੇ ਚਿੱਤ ਵਿੱਚ ਵਸ ਚੁੱਕਿਆ ਹੈ, ਫਿਰ ਗੁਰੂ ਰਾਮਦਾਸ ਦੇ ਘਰ ਵਿੱਚੋਂ ਨਿਕਲੇ ਹੋਏ ਬੋਲ ਵੀ ਪਰਮਾਤਮਾ ਦੇ ਘਰ ਤੋਂ ਆ ਰਹੇ। ਉਹ ਪਰਮਾਤਮਾ ਦੇ ਬੋਲ ਹਨ, ਉਹ ਪਰਮਾਤਮਾ ਦੇ ਗੁਣ ਹਨ, ਪਰਮਾਤਮਾ ਦੀ ਵਡਿਆਈ ਹੈ, ਪਰਮਾਤਮਾ ਦਾ ਸਿਧਾਂਤ ਹੈ, ਪਰਮਾਤਮਾ ਦਾ ਫਲਸਫਾ ਹੈ, ਪਰਮਾਤਮਾ ਦਾ ਹੁਕਮਨਾਮਾ ਹੈ। ਕਿਉਂਕਿ ਪਰਮਾਤਮਾ ਗੁਰੂ ਰਾਮਦਾਸ ਦੇ ਚਿੱਤ ਵਿੱਚ ਵਸ ਚੁੱਕਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਦੇ ਕੋਲ ਇਹ ਜੋਤ ਕਿੱਥੋਂ ਆਈ? ਧੰਨ ਗੁਰੂ ਅਮਰਦਾਸ ਸਾਹਿਬ ਤੋਂ। ਗੁਰੂ ਅਮਰਦਾਸ ਸਾਹਿਬ ਕੋਲ ਇਹ ਜੋਤ ਕਿੱਥੋਂ ਆਈ? ਗੁਰੂ ਅੰਗਦ ਦੇ ਪਾਤਸ਼ਾਹ ਕੋਲੋਂ। ਗੁਰੂ ਅੰਗਦ ਦੇ ਪਾਤਸ਼ਾਹ ਕੋਲੋਂ ਕਿੱਥੋਂ ਇਹ ਜੋਤ ਆਈ? ਉਹ ਜਿਨ੍ਹਾਂ ਕੋਲੋਂ ਜੋਤ ਆਈ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ। ਆਓ ਅੱਜ ਗੁਰੂ ਨਾਨਕ ਸਾਹਿਬ ਇਸ ਮਾਤ ਲੋਕ ਤੇ ਆਉਣ ਦਾ ਇਹ ਦਿਨ ਹੈ। ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਨੇ ਆਉਣਾ, ਇਹ ਸੰਸਾਰ ਦਾ ਵਰਤਾਰਾ ਬੜਾ ਅਜੀਬ ਹੈ। ਚਾਰ ਸਵੇਰੇ ਵਿਗਾੜ ਪਿਆ ਹੋਇਆ ਹੈ। ਰਾਜਨੀਤਿਕ ਦਸ਼ਾ ਦੇਖੋ ਵਿਗਾੜ ਹੈ, ਸਮਾਜਿਕ ਦਸ਼ਾ ਵੇਖੋ ਵਿਗਾੜ ਹੈ, ਧਾਰਮਿਕ ਦਸ਼ਾ ਵੇਖੋ ਵਿਗਾੜ ਹੈ, ਆਰਥਿਕ ਦਸ਼ਾ ਉਹ ਡਾਵਾਡੋਲ ਹੋ ਚੁੱਕੀ ਹੈ। ਹਰ ਪਾਸੇ ਵਿਗਾੜ ਪਿਆ ਹੋਇਆ। ਕਹਿੰਦੇ ਨੇ ਬੰਦਾ ਆਪ ਸਵਰਿਆ ਹੋਵੇ ਨਾ, ਇਹ ਖੇਤ ਜਿੰਨੇ ਮਰਜੀ ਬੇਤਰਤੀਬੇ ਹੋਣ, ਖੇਤਾਂ ਨੂੰ ਸਵਾਰ ਕੇ ਉਪਜਾਊ ਬਣਾ ਲੈਂਦਾ। ਬੰਦਾ ਆਪ ਸਵਰਿਆ ਹੋਵੇ, ਬੇਕਾਰ ਚੀਜ਼ਾਂ ਨੂੰ ਸਵਾਰ ਕੇ ਕੰਮ ਲੈ ਲੈਂਦਾ। ਬੰਦਾ ਆਪ ਸਵਰਿਆ ਹੋਵੇ, ਘਰ ਜਿੰਨਾ ਮਰਜੀ ਪੁਰਾਣਾ ਹੋਵੇ ਸਵਾਰ ਕੇ ਰਹਿਣ ਜੋਗਾ ਗੁਜ਼ਾਰਾ ਕਰ ਲੈਂਦਾ। ਬੰਦਾ ਆਪ ਸਵਰਿਆ ਹੋਵੇ, ਕਾਰ ਗੱਡੀ ਮੋਟਰ ਖਰਾਬ ਹੋਵੇ ਸਵਾਰ ਕੇ ਕੰਮ ਲੈ ਲੈਂਦਾ। ਪਰ ਕਹਿੰਦੇ ਜਦੋਂ ਬੰਦੇ 'ਚ ਹੀ ਵਿਗਾੜ ਪੈ ਜਾਏ ਫਿਰ ਉਹਨੂੰ ਕੌਣ ਸਵਾਰੇਗਾ? ਅੱਜ ਗੁਰੂ ਨਾਨਕ ਸਾਹਿਬ ਦੇ ਆਉਣ ਲੱਗਿਆ ਬੰਦਿਆਂ ਦੇ ਦਿਮਾਗ ਵਿੱਚ ਵਿਗਾੜ ਪਿਆ ਹੋਇਆ। ਭਾਵੇਂ ਉਹ ਧਾਰਮਿਕ ਲੋਕ ਨੇ, ਭਾਵੇਂ ਰਾਜਨੀਤਿਕ ਲੋਕ ਨੇ, ਭਾਵੇਂ ਉਹ ਸਮਾਜਿਕ ਲੋਕ ਨੇ, ਚਾਰ ਸਵੇਰੇ ਵਿਗਾੜ ਪਿਆ ਹੋਇਆ ਹੈ। ਧਰਮ ਦੇ ਲੋਕ ਤਾਂ ਕਹਿੰਦੇ ਨੇ ਪੈਸੇ ਲੈ ਕੇ ਕੁਫਰ ਤੋਲ ਰਹੇ ਆ। ਤਿੰਨ ਜਣਿਆਂ ਦਾ ਜ਼ਿਕਰ ਆ ਜਿਹੜੇ ਧਰਮ ਦੀ ਦੁਨੀਆ ਨਾਲ ਸੰਬੰਧਿਤ ਹੈ। ਕਾਤੀ ਕੂੜ ਬੋਲ ਮਲ ਖਾਏ, ਕਾਜੀ ਹੈ ਜੱਜ ਦੀ ਕੁਰਸੀ ਬਰਾਬਰ ਰੁਤਬਾ ਦਾ। ਪਰ ਜਦੋਂ ਜੱਜ ਵਿਕ ਜਾਏ, ਇਨਸਾਫ ਵਿਕ ਜਾਏ, ਫਿਰ ਲੋਕ ਕਿੱਥੇ ਜਾਣ? ਕਾਜੀ ਵਿਕ ਕੇ ਪੈਸੇ ਲੈ ਕੇ ਇਨਸਾਫ ਕਰ ਰਿਹਾ, ਸੱਚ ਨੂੰ ਝੂਠ ਤੇ ਝੂਠ ਨੂੰ ਪੇਸ਼ ਕਰ ਰਿਹਾ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇਂ ਜੀਆ ਕਾਏ। ਉਸ ਵੇਲੇ ਧਰਮ ਦਾ ਪੈਰੋਕਾਰ ਇੱਕ ਬ੍ਰਾਹਮਣ ਹੈ। ਇਹਨੇ ਦੁਨੀਆ ਨੂੰ ਧਰਮ ਦਾ ਰਸਤਾ ਦਿਖਾਉਣਾ, ਪਰ ਇਹ ਦੁਨੀਆ ਨੂੰ ਡਰਾ ਕੇ ਦਾਨ ਲੈ ਰਿਹਾ, ਦੁਨੀਆ ਨੂੰ ਡਰਾ ਕੇ ਪੂਜਾ ਪ੍ਰਤਿਸ਼ਠਾ ਨਾਲ ਜੋੜ ਰਿਹਾ, ਦੁਨੀਆ ਨੂੰ ਡਰਾ ਕੇ ਆਪਣਾ ਗੁਲਾਮ ਬਣਾ ਰਿਹਾ ਤੇ ਦੁਨੀਆ ਦੇ ਕੰਨ ਵਿੱਚ ਸਿੱਖਿਆ ਦੇ ਰਿਹਾ, ਤੇਰਾ ਗੁਰੂ ਮੈਂ ਆ, ਮੇਰੇ ਤੋਂ ਬਾਅਦ ਤੇਰਾ ਹੋਰ ਕੋਈ ਨਹੀਂ ਹੈ। ਜੋ ਤੈਂ ਪੁੰਨ ਦਾਨ ਜੋ ਕਰਨਾ ਮੇਰੇ ਤੱਕ ਸੀਮਤ ਰਹਿ, ਕਿਉਂਕਿ ਸਭ ਕੁਝ ਤੇਰੇ ਲਈ ਮੈਂ ਆ। ਤੇ ਤੀਸਰੇ ਸੰਤ ਜੋਗੀ, ਮਹਾਰਾਜ ਸਾਹਿਬ ਕਹਿੰਦੇ ਜੋਗੀ ਜੁਗਤ ਨਾ ਜਾਣੈ ਅੱਤ।
मुद्दा संतोख सरपद चोली ध्यान की करे भूत खिंदा काल कुआरी काया जुगत डंडा प्रतीत। इन्हां ने लिबास धर्म दा पाया पर संसार छड्ड के पहाड़ां जा बैठे। इन्हां नूं इन्नी क समझ आई कि संसार नाशवंत है, इत्थे रहना नहीं। फिर कहते रहने नहीं, फिर संसार नाल प्रीत भी क्यों, मोह भी क्यों पाइए, सब कुछ छड्ड के पहाड़ां जा बैठे। ये तीन धर्म के पैरोकार सन, तिन्ने ही लोकां नाल ज़्यादतियां कर रहा, वधीकियां कर रहा, लुट रहा, मार रहा, जलील कर रहा। इहो जे हालातां विच गुरु नानक साहब आउंदे आ। तीने उजाड़े का बंद, तिन्ने ही उजाड़न का बंधन बने हुए आ। इन्हां तो दुखी लोग राजियां कोल जाते आ, पर राजियां दी हालत, राजे शीह मुकद्दम कुत्ते जाए जगायन बैठे सुते, रत पित कुत्ते हो चट जाओ, जाकर रहता पाए लुकाओ। राजियां दी हालत ए बन चुकी है, कल काती राजे कसाई, धर्म पख कर उड़ रहा, राजे कसाई बन चुकिया। कसाई तुहानू पता जीव हत्या कर दिया, बेदर्दी नाल जीवां नू कट दिया। राजियां दी हालत कसाईयां वर्गी हो गई, जेड़ा आ जाए उदों आर्थिक तौर ते इन्ना जलील कर दिया, उहदे पल्ले कुछ नहीं छड्डदे। कुछ राजे कोलों बच के जाता, जिहड़े राह विच मंत्री संतरी खड़े वो लुट लेंदे। ते महाराज साहब ने समाज की दशा, उस वेले दो धर्म ने, हिंदू धर्म एक मुसलमान, ये दोनों ही धर्म सच तो लांभे हो के आपस में लड़ रहे हो। कहता मेरा धर्म वड्डा, वो कहता मेरा धर्म वड्डा, वो कहता मेरे कोल रब है, वो कहता मेरे कोल रब है। सच किनारे रह गया, खैबर दे बामण मलाने आपस में लड़ के एक दूसरे को मार कटाई पे उतर आए ने। एक दूसरे को दबाया जा रहा, डराया जा रहा, मारिया जा रहा, खत्म किया जा रहा है। धर्म के नाम से नफरत फैलाई जा रही है। ये जिहड़ी समाज की दशा है, तिन्ने तरह की दशा जिहड़ी डावाडोल हो चुकी है। आर्थिक तौर पर भी लोग डावाडोल हो चुके ने, किसी पासे कोई सुख का साथ नहीं, थमे कोई ना साध बिन साधना दिसा जग विच कोआ। कोई संसार विच ऐसा बली सूरमा नजर नहीं आ रहा, कोई महापुरख नजर नहीं आ रहा, कोई पैगंबर नजर नहीं आ रहा, जेड़ा अज इस दुनिया की दुर्दशा नूं सुधार के सारियां नूं परमात्मा नाल जोड़ के समाज विच शांति दा सुनेहा दे, समाज विच शांति बन सके, ताकि लोगों के तपते हुए हिरदे को ठंड मिल सके। कोई भी नजर नहीं आ रहा। लोग भटक रहे हैं, जिवें हनेरे च लोग ठोकरां खाते आ। इस तरीके नाल कूड़ अमावस सच चंद्रमा दिसे नहीं कह चढ़िया, जिवें मस्या की काली गोली रात होवे। इस देश के उपर इस तरह का काला अंग धुंध वरतारा वरत्या हुआ, हाथ मारिया कुछ नजर नहीं आ रहा। सच जिहड़ा सच का चंद्रमा वो अलोप हो चुका, सच काल कूड़ वरत्या, कल का लख बेदार सच का काल पै गया ते कूड़ का बोलबाला हो चुका। शर्म धर्म तो छप खलोए, कूड़ फिर प्रधान वे ला लो। ये हालत है इस देश की। जो गुरु नानक साहब आ रहे हैं, इहो जे हालातों में कहते हैं धरती ने भी परमात्मा अगे अरदास की, परमात्मा कोई अपना रूप भेज, आप किसी रूप में तुसी आओ, क्योंकि इन्ना भार बढ़ चुकिया, मेरे तो भार सहन नहीं हो रहा। परमात्मा ने क्या पर्वतां का भार है? कहन लगी नहीं। इन्ने समुद्र ने उन्हां दा भार है? कहन लगी नहीं। तेरे ते जीव जंत वनस्पति बड़े बड़े घर लोगों ने बना ले, ओदा भार है? कहन लगी नहीं। ना तुस भारे पर्वतां आसमान खांदे, ना तुस भारे जी जंत अणगणत फिरंदे, ना तुस भारे कोट गढ़ घर बार संदे, ना तुस भारे बनस्पत फल सुबल बुलंदे। फिर कहते भार किस चीज का? कहन लगी भारे होए अकिरत कण मंदी हूं मंदे, मैनू अकिरत कण लोगों का भार नहीं मेरे तो चकिया जा रहा। अकिरत कण वो हुंदा जिहड़ा किसी का एहसान भुल जाए, वो अकिरत कण है। परमात्मा दुनिया के बड़े एहसान तुसीं कीते, अज ये लोग तुहाडे एहसान भुल के आपसी वैर भावना में द्वेष में जिउ रहे ने। हुण कोई अपना रूप भेज, आप तुहानू आउणा पएगा तां दुनिया ते सुख वरत सकदा। महाराज कहते मैं बड़ियां नूं भेजिया, कहण लगे आए तो बहुत जोगी जंगम सन्यासी श्रेवड़े विष्णु के 24 अवतार आए। भगवान कृष्ण आ चुके, भगवान रामचंद्र आ चुके, हजरत मोहम्मद साहब आ चुके, ईसा मसीह आ चुके, हजरत मूसा आ चुके। बड़े पैगंबर दुनिया ते आए, पर सब अपनी अपनी ऊर्जा ना पार ब्रह्म के नो ना पछाना, सारे अपनी पूजा तक सीमित रहे। परमात्मा तेरा स्नेहा तक किसी ने गल दसी, तेरी गल तो किसी ने दुनिया में दसी नहीं। पर अज कृपा कर
ਧਰਤੀ ਪਰਮਾਤਮਾ ਨੂੰ ਅਰਦਾਸ ਕਰ ਰਹੀ ਆ ਤੇ ਸਮੁੱਚੀ ਖਲਕਤ ਪਰਮਾਤਮਾ ਅੱਗੇ ਅਰਦਾਸ ਕਰ ਰਹੀ ਆ। ਕਹਿੰਦੇ ਨੇ ਕਲਮਲ ਹੋਈ ਬੇਦਨੀ ਅਰਦਾਸ ਕਰੇ ਲਿਵਲਾਏ, ਕਲਮਲ ਹੋਈ ਬੇਦਨੀ ਪਾਪਾਂ ਗ੍ਰਸੀ ਪ੍ਰਿਥਵੀ ਦੇ ਲੋਕਾਂ ਨੇ, ਇਸ ਬੇਦਨੀ ਧਰਤੀ ਨੇ, ਇਸ ਪ੍ਰਿਥਵੀ ਦੇ ਜੀਵ ਜੰਤ ਨੇ ਸਾਰਿਆਂ ਰਲ ਕੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਅਰਦਾਸ ਕੀ ਸੀ? ਪਰਮਾਤਮਾ ਕਿਰਪਾ ਕਰੋ, ਆਪ ਪੌੜੀ ਕਰੋ, ਤੁਹਾਡੇ ਬਿਨਾਂ ਸੰਸਾਰ ਵਿੱਚ ਸੁੱਖ ਨਹੀਂ ਆ ਸਕਦਾ, ਤੁਹਾਡੇ ਬਿਨਾਂ ਸੰਸਾਰ ਨੂੰ ਸੁੱਖ ਦਾ ਸਾਹ ਨਹੀਂ ਆ ਸਕਦਾ, ਤੁਹਾਡੇ ਬਿਨਾਂ ਚੈਨ ਨਹੀਂ, ਅਮਨ ਚੈਨ ਨਹੀਂ ਆ ਸਕਦਾ, ਤੁਹਾਡੇ ਬਿਨਾਂ ਸਦ ਭਾਵਨਾ ਵਾਲੀ ਬਿਰਤੀ ਨਹੀਂ ਪੈਦਾ ਹੋ ਸਕਦੀ, ਤੁਹਾਡੇ ਬਿਨਾਂ ਆਪਸੀ ਭਾਈਚਾਰਕ ਸਾਂਝ ਨਹੀਂ ਬਣ ਸਕਦੀ। ਤੁਹਾਨੂੰ ਕਿਸੇ ਰੂਪ ਵਿੱਚ ਆਉਣਾ ਪਏਗਾ। ਸਾਜਿਆ ਤਾਂ ਸਾਰਿਆਂ ਨੂੰ ਤੁਸੀਂ ਆ ਨਾ। ਹੁਣ ਇਸ ਆਪਣੇ ਪਰਿਵਾਰ ਦਾ ਖਿਆਲ ਵੀ ਤੁਸੀਂ ਰੱਖੋ। ਕਹਿੰਦੇ ਇੱਧਰ ਸਾਰੇ ਅਰਦਾਸਾਂ ਕਰ ਰਹੇ ਆ, ਉਧਰ ਪਰਮਾਤਮਾ ਅਰਦਾਸ ਸੁਣ ਕੇ ਸੋਚ ਰਿਹਾ ਮੈਂ ਜਵਾਬ ਕੀ ਦਵਾਂ। ਰੱਬ ਨੇ ਜਵਾਬ ਬੋਲ ਕੇ ਨਹੀਂ ਦਿੱਤਾ। ਬੜੀਆਂ ਗੱਲਾਂ ਨੇ ਜਿਹੜੀਆਂ ਨਾਲ ਦੀ ਨਾਲ ਬੋਲ ਕੇ ਜਵਾਬ ਦਿੰਦੇ ਜਾਂਦੇ ਆ। ਪਰਮਾਤਮਾ ਸੋਚ ਰਿਹਾ ਜਵਾਬ ਕੀ ਦਵਾਂ। ਅੱਜ ਜਵਾਬ ਪਰਮਾਤਮਾ ਦੇਣ ਲੱਗਿਆ। ਹੁਣ ਧਿਆਨ ਨਾਲ ਸੁਣਿਓ। ਇਧਰ ਸੁਲਤਾਨ ਤਰਨ ਦੇ ਲਾਗੇ ਪੱਠੇਵੰਡ ਪਿੰਡ, ਸਭ ਤੋਂ ਵੱਡੇ ਬਜ਼ੁਰਗ ਬਾਬਾ ਰਾਮ ਨਾਰਾਇਣ, ਉਹਨਾਂ ਦੇ ਪੁੱਤਰ ਬਾਬਾ ਸ਼ਿਵ ਨਾਰਾਇਣ, ਤੇ ਉਹਨਾਂ ਦਾ ਵਿਆਹ ਬੀਬੀ ਬਨਾਰਸੀ ਨਾਲ ਹੁੰਦਾ। ਇਹਨਾਂ ਦੇ ਘਰ ਤੋਂ ਦੋ ਪੁੱਤਰਾਂ ਦਾ ਪੈਦਾ, ਇੱਕ ਬਾਬਾ ਕਾਲੂ ਜੀ 1440 ਵਿੱਚ, 1444 ਚ ਬਾਬਾ ਲਾਲੂ ਜੀ ਆਉਂਦੇ ਆ। ਕਹਿੰਦੇ ਨੇ ਇਹ ਪਰਿਵਾਰ ਉਸ ਵੇਲੇ ਦੇ ਇੱਕ ਰਾਣਾ ਰਾਏ ਦਾ ਪੁੱਤਰ ਰਾਏ ਭੋਏ ਹੋਇਆ। ਰਾਏ ਭੋਏ ਦੇ ਕਾਨੂੰ ਉਹ ਨੇ, ਪਟਵਾਰੀ ਵੀ ਗਈਆਂ ਨੇ ਕਿਹਾ ਬਾਬਾ ਸ਼ਿਵ ਨਾਰਾਇਣ ਜੀ ਰਾਏ ਭੋਏ ਦੇ ਪਟਵਾਰੀ ਨੇ। ਰਾਏ ਭੋਏ ਨੂੰ ਵੰਡ ਵਿੱਚ ਜ਼ਮੀਨ ਰਾਏਪੁਰ ਦੀ ਆਈ, ਜਿੱਥੇ ਅੱਜ ਤਲਵੰਡੀ ਹੈ, ਜਿੱਥੇ ਅੱਜ ਨਨਕਾਣਾ ਸਾਹਿਬ। ਇਹ ਇੱਕ ਵੱਡਾ ਰਕਬਾ 1520 ਮਰਬਿਆਂ ਦਾ ਰਕਬਾ ਰਾਣਾ ਜਿਹੜਾ ਰਾਜਾ ਰਾਏ ਭੋਏ ਹੈ, ਇਹਨੂੰ ਇਹਦੀ ਵੰਡ ਵਿੱਚ ਆਇਆ ਤੇ ਉਹਨੇ ਉਹਦੀ ਵੰਡ ਵਿੱਚ ਆਏ ਹੋਏ ਇਲਾਕੇ ਨੂੰ ਕਹਿ ਦਿੱਤਾ ਰਾਏ ਭੋਏ ਦੀ ਤਲਵੰਡੀ। ਤਲਵੰਡੀ ਦਾ ਮਤਲਬ ਹੁੰਦਾ ਜਿਹੜੀ ਤਦ ਜ਼ਮੀਨ ਵੰਡੀ ਹੋਈ ਕਿਸੇ ਦੇ ਵੰਡ ਵਿੱਚ ਆ ਜਾਏ। ਜਿਵੇਂ ਅੱਜ ਤਲਵੰਡੀਆਂ ਪੰਜਾਬ ਵਿੱਚ ਵੀ ਸਾਬੋ ਕੀ ਤਲਵੰਡੀ ਆ, ਭਾਈ ਕੀ ਤਲਵੰਡੀ ਆ ਤੇ ਜਾਮਾ ਮਸਜਿਦ, ਇਹੋ ਜਿਹੇ ਬੜੀਆਂ ਤਰ੍ਹਾਂ ਦੀਆਂ ਜਿਹੜੀਆਂ ਤਲਵੰਡੀਆਂ ਨੇ, ਇਹ ਤਲਵੰਡੀਆਂ ਦੇ ਅਰਥ ਜਿਹੜੀਆਂ ਵੰਡ ਵਿੱਚ ਜ਼ਮੀਨਾਂ ਆਈਆਂ ਹੋਣ। ਇਸ ਰਾਏ ਭੋਏ ਨੂੰ ਤਲਵੰਡੀ ਚ ਰਾਏਪੁਰ ਦਾ ਇਲਾਕਾ ਆ, ਉੱਥੇ ਜਾ ਵਸਿਆ ਤੇ ਬਾਬਾ ਸ਼ਿਵ ਨਾਰਾਇਣ ਵੀ ਸਾਰੇ ਪਰਿਵਾਰ ਸਮੇਤ ਉੱਥੇ ਚਲੇ ਗਏ। ਤੇ ਸਮਾਂ ਚੱਲਦਾ ਗਿਆ, ਰਾਏ ਭੋਏ ਦੀ ਜਗ੍ਹਾ ਤੇ ਉਹਦਾ ਪੁੱਤਰ ਰਾਏ ਬੁਲਾਰ ਆ ਗਿਆ ਤੇ ਇਧਰ ਸ਼ਿਵ ਨਾਰਾਇਣ ਦੀ ਜਗ੍ਹਾ ਤੇ ਉਹਨਾਂ ਦਾ ਪੁੱਤਰ ਬਾਬਾ ਕਾਲੂ ਜੀ ਆ ਗਏ, ਜਿਨ੍ਹਾਂ ਨੂੰ ਕਲਿਆਣ ਦਾਸ ਵੀ ਕਿਹਾ, ਮਹਿਤਾ ਕਲਿਆਣ ਦਾਸ। ਤੇ ਮਹਿਤਾ ਦੇ ਅਰਥ ਪਟਵਾਰੀ ਵੀ ਕੀਤਿਆ, ਕਾਨੂੰਗੋ ਵੀ ਕੀਤਿਆ। ਇਹ ਹੁਣ ਰਾਏ ਬੁਲਾਰ ਨਾਲ ਚੱਲ ਰਿਹਾ। ਅੱਜ ਦੁਨੀਆ ਧਰਤੀ ਸਾਰੇ ਰਲ ਕੇ ਪੁਕਾਰ ਕਰ ਰਹੇ ਆ। ਸਾਰੇ ਸੰਸਾਰ ਦੀ ਪੁਕਾਰ ਸੁਣ ਕੇ ਪਰਮਾਤਮਾ ਅੱਜ ਦੁਨੀਆ ਨੂੰ ਜਵਾਬ ਦੇਣ ਲੱਗਿਆ, ਸੰਸਾਰ ਨੂੰ ਜਵਾਬ ਦੇਣ ਲੱਗਿਆ। ਤੇ ਬਾਬਾ ਕਾਲੂ ਜੀ ਦਾ ਵਿਆਹ ਚਾਹਲ ਪਿੰਡ ਵਿੱਚ ਭਾਈ ਰਾਮਾ ਮਾਤਾ ਕ੍ਰਿਸ਼ਨਾ ਦੇ ਘਰ ਵਿੱਚ ਜਨਮੀ ਹੋਈ ਬੀਬੀ ਤ੍ਰਿਪਤਾ ਨਾਲ ਹੁੰਦਾ ਹੈ। ਇਹ ਵਿਆਹ ਕੇ ਰਾਏ ਕੋ ਤਲਵੰਡੀ ਆ ਜਾਂਦੇ ਆ। ਅੱਜ ਉਹਨਾਂ ਦੀ ਕੁੱਖ ਨੂੰ ਪਰਮਾਤਮਾ ਨੇ ਭਾਗ ਲਾਏ। ਸੰਨ 1464 ਵਿੱਚ ਇੱਕ ਧੀ ਦਾ ਜਨਮ ਹੁੰਦਾ ਹੈ। ਨਾਨਕੇ ਘਰ ਵਿੱਚ ਜਨਮ ਹੋਇਆ ਤੇ ਨਾਨਕਿਆਂ ਨੇ ਕਿਹਾ ਨਾਨਕਿਆਂ ਦੀ ਨਾਨਕੀ ਆ ਗਈ। ਨਾਨਕੇ ਪਿੰਡ ਜਨਮ ਹੋਇਆ, ਨਾਮ ਨਾਨਕੀ ਰੱਖ ਦਿੱਤਾ। ਅੱਜ ਇਹ ਨਾਨਕ ਸ਼ਬਦ ਨਾਨਕੀ ਤੋਂ ਆਉਣਾ ਹੈ। ਕਹਿੰਦੇ ਨੇ ਅੱਜ ਫਿਰ ਪਰਮਾਤਮਾ ਦੀ ਰਹਿਮਤ ਹੋਣ ਲੱਗੀ। ਸੰਨ 1469 ਆ ਗਿਆ। ਇਧਰ ਸੰਸਾਰ ਅਰਦਾਸਾਂ ਕਰ ਰਿਹਾ, ਪਰਮਾਤਮਾ ਆਪ ਆਓ। ਤੁਹਾਡੇ ਬਿਨਾਂ ਸੰਸਾਰ ਵਿੱਚ ਅਮਨ ਸ਼ਾਂਤੀ ਨਹੀਂ, ਤੁਹਾਡੇ ਬਿਨਾਂ ਦੁਨੀਆ ਨੂੰ ਚੈਨ ਨਹੀਂ ਮਿਲ ਸਕਦਾ। ਤੁਹਾਨੂੰ ਆਉਣਾ ਪਏਗਾ। ਸੰਸਾਰ ਦੁਨੀਆ ਖਲਕਤ ਕਾਇਨਾਤ ਅਰਦਾਸਾਂ ਕਰ ਰਹੀ ਹੈ। ਪਰਮਾਤਮਾ ਅਰਦਾਸ ਸੁਣ ਕੇ ਉਹਦਾ ਜਵਾਬ ਦੇਣ ਦੀ ਤਿਆਰੀ ਕਰ ਰਿਹਾ ਹੈ। ਅੱਜ ਉਹ ਜਵਾਬ ਦੇਣ ਦਾ ਦਿਨ ਚੁਣਿਆ ਹੈ। ਕੱਤਕ ਦੀ ਪੂਰਨਮਾਸ਼ੀ, ਕੱਤਕ ਦੀ ਪੂਰਨਮਾਸ਼ੀ ਦਾ ਦਿਨ ਚੁਣਿਆ। ਕਹਿੰਦੇ ਨੇ ਸੰਨ 1469 ਦਾ ਇਹ ਸਾਲ ਚੁਣਿਆ ਹੈ। ਅੱਜ ਕੱਲੇ ਉਸ ਧਰਤੀ ਦੇ ਟੁਕੜੇ ਨੇ ਅਮਰ ਨਹੀਂ ਹੋਣਾ। ਯਾਦ ਰੱਖਿਓ ਉਸ ਸ਼ਹਿਰ ਨੇ ਵੀ ਅਮਰ ਹੋ ਜਾਣਾ ਹੈ। ਇਸ ਸੰਨ ਨੇ ਅਮਰ ਹੋ ਜਾਣਾ ਹੈ। ਇਸ ਸਾਲ ਨੇ ਅਮਰ ਹੋ ਜਾਣਾ ਹੈ। ਇਸ ਦਿਨ ਨੇ ਅਮਰ ਹੋ ਜਾਣਾ ਹੈ। ਕਹਿੰਦੇ ਨੇ ਇਹ ਕੱਤਕ ਦੀਆਂ ਪੂਰਨਮਾਸ਼ੀਆਂ ਅੱਗੇ ਵੀ ਬਹੁਤ ਆਈਆਂ, ਪਰ ਹੁਣ ਜਦੋਂ ਇਹ ਕੱਤਕ ਦੀ ਪੂਰਨਮਾਸ਼ੀ ਆਏਗੀ, ਇਹ ਸਤਿਕਾਰੀ ਜਾਏਗੀ, ਇਹ ਨਮਾਜ਼ੀ ਜਾਏਗੀ, ਕਿਉਂਕਿ ਇਸ ਦਿਨ ਪਰਮਾਤਮਾ ਨੇ ਆਉਣ ਲਈ ਦਿਨ ਚੁਣਿਆ। ਬਾਬਾ ਕਲਿਆਣ ਦਾਸ ਦਾ ਘਰ, ਮਾਂ ਤ੍ਰਿਪਤਾ ਦੀ ਕੁੱਖ। ਕਹਿੰਦੇ ਨੇ ਅੱਜ ਪੂਰਾ ਸ਼ਹਿਰ
ਜਿਵੇਂ ਕਿਸੇ ਸਮਰਾਟ ਨੇ ਆਉਣਾ ਹੋਵੇ, ਪੂਰੇ ਸ਼ਹਿਰ ਨੂੰ ਨਗਰ ਨੂੰ ਸ਼ਿੰਗਾਰਿਆ ਜਾਂਦਾ ਹੈ, ਕਲੀਆਂ ਵਿਛਾਈਆਂ ਜਾਂਦੀਆਂ, ਪਾਣੀ ਦਾ ਛਿੜਕਾਅ ਬੜਾ ਕੁਛ ਹੁੰਦਾ ਹੈ। ਅੱਜ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੇ ਆਉਣਾ, ਭਾਦੋਂ ਦਾ ਮਹੀਨਾ ਲੱਗ ਚੁੱਕਿਆ ਹੈ। ਕੁਦਰਤ ਨੇ ਤੇਜ਼ ਵਰਖਾ ਨਾਲ ਸਾਰਾ ਸ਼ਹਿਰ ਧੋ ਦਿੱਤਾ, ਤੇਜ਼ ਹਵਾਵਾਂ ਵਗ ਕੇ ਕੂੜਾ ਕਰਕਟ ਪਾਸੇ ਹੋ ਚੁੱਕਿਆ ਹੈ। ਅੱਜ ਤਾਂ ਪੂਰੀ ਬਨਸਪਤ, ਪੂਰੀ ਕਾਇਨਾਤ, ਅੱਜ ਪਰਮਾਤਮਾ ਦੀ ਐਸੀ ਰਹਿਮਤ, ਇਸ ਹਵਾ ਵਿੱਚੋਂ ਸੁਗੰਧੀਆਂ ਆ ਰਹੀਆਂ ਨੇ। ਬਨਸਪਤੀ ਮੌਲਾਨ ਵਿੱਚ ਆ ਕੇ ਉਸ ਵਜਦ ਵਿੱਚ ਗਾ ਰਹੀ ਹੈ। ਅੱਜ ਤਾਂ ਇਉਂ ਲੱਗਦਾ ਜਿਵੇਂ 4 ਸਵੇਰੇ ਕੇਸਰ ਦਾ ਛਿੜਕਾਅ ਹੋਇਆ ਹੋਵੇ। ਅੱਜ ਇਸ ਸ਼ਹਿਰ ਦੀ ਆਬੋ ਹਵਾ ਬਦਲ ਗਈ। ਇਸ ਸ਼ਹਿਰ ਵਿੱਚ ਪਾਪੀ ਵੀ ਵਸਦੇ ਆ, ਪੁੰਨੀ ਵੀ ਵਸਦੇ ਆ, ਹਿੰਦੂ ਵੀ ਵਸਦੇ ਆ, ਮੁਸਲਮਾਨ ਵੀ ਵਸਦੇ ਆ, ਨਾਸਤਿਕ ਵੀ ਰਹਿੰਦੇ ਆ, ਆਸਤਿਕ ਵੀ ਰਹਿੰਦੇ ਆ। ਅੱਜ ਤਾਂ ਇਉਂ ਲੱਗਦਾ ਜਿਵੇਂ ਸਾਰੇ ਹੀ ਗੁਰੂ ਗੁਰੂ ਜਪ ਰਹੇ ਹੋ। ਅੱਜ ਹਵਾ ਗੁਰੂ ਗੁਰੂ ਜਪ ਰਹੀ, ਅੱਜ ਧਰਤੀ ਤੇ ਅਸਮਾਨ ਗੁਰੂ ਗੁਰੂ ਜਪ ਰਿਹਾ। ਅੱਜ ਬਨਸਪਤੀ ਪਰਮਾਤਮਾ ਦੇ ਗੁਣ ਗਾ ਰਹੀ ਆ, ਕਿਉਂਕਿ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਇਸ ਮਾਤ ਲੋਕ ਤੇ ਆਉਣ ਲੱਗਿਆ। ਪਰਮਾਤਮਾ ਅੱਜ ਉਸ ਅਰਦਾਸ ਦਾ ਜਵਾਬ ਦੇਣ ਲੱਗਿਆ। ਰੱਬ ਜਵਾਬ ਬੋਲ ਕੇ ਨਹੀਂ ਦਿੰਦਾ, ਅੱਜ ਉਹਨੇ ਅਰਦਾਸ ਦਾ ਜਵਾਬ ਬੜਾ ਪਿਆਰਾ ਦੇਣਾ। ਹੁਣ ਖਿਆਲ ਕਰਿਓ, ਬਾਬਾ ਕਲਿਆਣ ਦਾਸ 500 ਏਕੜ ਜ਼ਮੀਨ ਹੈ ਘਰ ਦੀ। ਰਾਏ ਬਲਵਾਰ ਦੇ ਪਟਵਾਰੀ ਨੇ 72 ਪਿੰਡਾਂ ਵਿੱਚ ਚੌਧਰ ਹੈ। 72 ਪਿੰਡਾਂ ਦੇ ਲੋਕ ਪੁੱਛ ਕੇ ਗੱਲ ਕਰਦੇ ਆ। ਰਾਜੇ ਤੋਂ ਦੂਸਰੇ ਨੰਬਰ ਦੀ ਪੋਸਟ ਹੈ ਉਸ ਵੇਲੇ ਦੀ, ਜਿਹੜੀ ਰਾਏ ਬਲਵਾਰ ਜੀ ਦੇ ਕੋਲ, ਮਹਿਤਾ ਕਲਿਆਣ ਦਾਸ ਕੋਲ। ਬੜਾ ਸਤਿਕਾਰਿਆ ਹੋਇਆ ਪਰਿਵਾਰ ਹੈ, ਕਮੀ ਕਿਸੇ ਗੱਲ ਦੀ ਨਹੀਂ। ਪਰ ਕਹਿੰਦੇ ਨੇ ਇਸ ਘਰ ਵਿੱਚ ਅੱਜ ਪਰਮਾਤਮਾ ਆਉਣ ਲੱਗਿਆ ਹੈ। ਉਸ ਘਰ ਨੂੰ ਅੱਜ ਪਰਮਾਤਮਾ ਨੇ ਚੁਣਿਆ ਹੈ, ਇਸ ਨਗਰ ਨੂੰ ਪਰਮਾਤਮਾ ਨੇ ਚੁਣਿਆ, ਇਸ ਦਿਨ ਨੂੰ, ਇਸ ਸਾਲ ਨੂੰ ਪਰਮਾਤਮਾ ਨੇ ਚੁਣਿਆ। ਅੱਜ ਪੂਰੀ ਖਲਕਤ ਕਾਇਨਾਤ ਦੀ ਅਰਦਾਸ ਨੂੰ ਫਲ ਲੱਗਣ ਲੱਗਿਆ। 1469 ਸਨ, ਕਾਰਤਿਕ ਦੀ ਪੂਰਨਮਾਸ਼ੀ, ਮਹਿਤਾ ਕਲਿਆਣ ਦਾਸ ਦਾ ਘਰ ਤੇ ਮਾਂ ਤ੍ਰਿਪਤਾ ਦੀ ਕੁੱਖ। ਕਹਿੰਦੇ ਨੇ ਮਾਂ ਤ੍ਰਿਪਤਾ ਨੇ ਕੁਝ ਮਹੀਨੇ ਪਹਿਲਾਂ ਸਾਰੇ ਗਹਿਣੇ ਲਾ ਦਿੱਤੇ। ਉਹ ਗਹਿਣਿਆਂ ਦੀ ਮੁਤਾਜ ਨਹੀਂ। ਮਾਂ ਤ੍ਰਿਪਤਾ, ਤੂੰ ਤੇਰੀ ਸੁਹਾਪਣਤਾ ਗਹਿਣਿਆਂ ਕਰਕੇ ਨਹੀਂ, ਤੂੰ ਜਗਤ ਗੁਰੂ ਨਾਨਕ ਦੀ ਮਾਂ ਹੈ। ਤੇਰੇ ਤੇ ਜਿਹੜਾ ਨੂਰ ਹੈ ਉਹ ਗਹਿਣਿਆਂ ਨਾਲ ਆ ਹੀ ਨਹੀਂ ਸਕਦਾ। ਕਹਿੰਦੇ ਆ ਮਾਂ ਤ੍ਰਿਪਤਾ ਜਿੱਥੇ ਵੀ ਵਿਹੜੇ 'ਚ ਬੈਠਦੇ ਆ, ਉੱਥੋਂ ਦਾ ਆਭਾ ਮੰਡਲ ਬਦਲ ਜਾਂਦਾ ਹੈ, ਵਾਤਾਵਰਨ ਬਦਲ ਜਾਂਦਾ ਹੈ। ਸੁਗੰਧੀਆਂ ਨਾਲ ਉਹ ਇਲਾਕਾ, ਉਹ ਏਰੀਆ, ਕਹਿੰਦੇ ਨੇ ਸੁਗੰਧੀਆਂ ਦੀ ਮਹਿਕ ਆਉਂਦੀ ਹੈ, ਸ਼ਾਂਤੀ ਦਾ ਵਰਤਾਰਾ ਵਰਤ ਜਾਂਦਾ ਹੈ। ਮਾਂ ਤ੍ਰਿਪਤਾ ਜਿੱਥੇ ਜਿੱਥੇ ਬੈਠਦੀ ਆ, ਉਸ ਧਰਤੀ ਦੇ ਟੁਕੜਿਆਂ 'ਚੋਂ ਰੱਬੀ ਨਾਮ ਦੀਆਂ ਖੁਸ਼ਬੂਆਂ ਆਉਣ ਲੱਗ ਪੈਂਦੀਆਂ ਨੇ, ਕਿਉਂਕਿ ਉਸ ਮਾਂ ਦੀ ਕੁੱਖ ਵਿੱਚ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਦਾ ਨਿਵਾਸ ਹੋ ਚੁੱਕਿਆ। ਅੱਜ ਦੀਨ ਦੁਨੀਆ ਦਾ ਮਾਲਕ ਉਸ ਮਾਂ ਦੀ ਕੁੱਖ ਵਿੱਚ ਹੈ। ਅੱਜ ਉਹ ਮਾਂ ਜਿੱਥੇ ਬੈਠਦੀ ਆ, ਕਹਿੰਦੇ ਨੇ ਉਹ ਆਵਾ ਮੰਡਲ, ਉਹ ਵਾਤਾਵਰਨ ਬਦਲ ਜਾਂਦਾ ਹੈ। ਆਪਣੇ ਧਿਆਨ ਸੁਰਤ ਨੂੰ ਅੱਜ ਨਨਕਾਣਾ ਸਾਹਿਬ ਲੈ ਕੇ ਚੱਲੋ। ਮੈਂ ਸਮਝਦਾ ਅੱਖਾਂ ਬੰਦ ਕਰੋ, ਨੇਤਰਾਂ ਦੇ ਨਾਲ ਅੱਜ ਇਹ ਸ਼੍ਰਵਣ ਦਰਸ਼ਨ ਦੇ ਨਾਲ ਅਸੀਂ ਗੁਰੂ ਨਾਨਕ ਸਾਹਿਬ ਨੂੰ ਜੀ ਆਇਆਂ ਕਹਿਣਾ। ਅੱਜ ਕਾਰਤਿਕ ਦੀ ਪੂਰਨਮਾਸ਼ੀ ਦੀ ਰਾਤ 2 ਵਜੇ ਦਾ ਵਕਤ ਹੈ। ਦਾਈ ਦੌਲਤ ਹੈ ਉਸ ਵੇਲੇ ਮੁਸਲਮਾਨ ਹੈ। ਇਹਨੇ ਜਦੋਂ ਵੀ ਕਹਿੰਦੇ ਨੇ ਘਰ ਦੇ ਬੂਹੇ ਤੋਂ ਲੰਘਣਾ ਨਾ, ਮਹਿਤਾ ਜੀ ਨੇ ਬਾਹਰ ਬੈਠੇ ਹੋਣਾ ਤੇ ਜਾਂਦੀ ਜਾਂਦੀ ਇੱਕ ਗੱਲ ਕਹਿ ਲੈਣੀ, ਵੇ ਕਾਲੂ, ਲੋਕਾਂ ਦੇ ਘਰ ਬੱਚੇ ਜੰਮਦੇ ਆ, ਕੋਈ 4 ਟਕੇ ਦਿੰਦਾ, ਕੋਈ 2 ਕੱਪੜੇ ਦਿੰਦਾ, ਕੋਈ 2 ਮਣ ਦਾਣੇ, ਮੈਂ ਫਿਰ ਭੁੱਖੀ, ਮੇਰੀ ਜ਼ਿੰਦਗੀ ਨਹੀਂ ਲੱਗਦੀ। ਪਰ ਮੈਨੂੰ ਲੱਗਦਾ ਪਰਮਾਤਮਾ ਤੇਰੇ ਘਰ ਜਦੋਂ ਕੋਈ ਖੁਸ਼ੀ ਦਾ ਮੌਕਾ ਲਿਆਏਗਾ, ਤੈਨੂੰ ਰੱਬ ਨੇ ਕਮੀ ਕੋਈ ਨਹੀਂ ਦਿੱਤੀ। ਪਰ ਮੇਰੀ ਇੱਕ ਗੱਲ ਯਾਦ ਰੱਖੀ, ਜੇ ਰੱਬ ਖੁਸ਼ੀਆਂ ਦਾ ਮੌਕਾ ਲੈ ਕੇ ਆਇਆ, ਮੇਰੀ ਝੋਲੀ ਇੰਨੀ ਕੁ ਭਰਦੀ, ਕਦੇ ਪਰਤ ਕੇ ਕਿਸੇ ਕੋਲੋਂ ਮੰਗਣਾ ਨਾ ਪਵੇ। ਇੰਨਾ ਕਰਜ਼ਾ ਨਹੀਂ, ਮੈਨੂੰ ਕਿਸੇ ਕੋਲੋਂ ਮੰਗਣਾ ਨਾ ਪਵੇ। ਦੌਲਤ ਦਾਈ ਨੇ ਅਕਸਰ ਲੰਗੀ ਜਾਂਦੀ ਨੇ ਬੋਲ ਕਹਿਣੇ। ਅੱਜ ਉਸ ਦਾਈ ਨੂੰ ਬੁਲਾਇਆ ਗਿਆ, ਸਮਾਂ ਆ ਗਿਆ ਹੈ। ਅੱਜ ਪੂਰਾ ਸੰਸਾਰ, ਬਨਸਪਤੀ, ਸਾਰੀ ਧਰਤੀ ਦਾ ਪਾਣੀ, ਅੱਜ ਸਾਰੀ ਧਰਤੀ ਦੀ ਹਵਾ, ਸਾਰੇ ਇਉਂ ਲੱਗ ਰਿਹਾ ਜਿਵੇਂ ਦੇਵੀ ਦੇਵਤੇ ਫੁੱਲ ਵਰਸਾਉਣ ਲਈ ਖੜੇ ਹੋਣ। ਅੱਜ ਕੁਦਰਤ ਜੀ ਆਇਆਂ ਨੂੰ ਕਹਿਣ ਲਈ ਖੜੀ ਹੋਵੇ। ਅੱਜ ਤਾਂ ਇਉਂ ਲੱਗ ਰਿਹਾ ਜਿਵੇਂ ਤੇਜ਼ ਹਵਾ ਚੱਲ ਕੇ ਗੁਰੂ ਨਾਨਕ ਦੇ ਚਮਰ ਕਰਨ ਵਾਸਤੇ ਤਿਆਰ ਹੋਵੇ। ਅੱਜ ਪੂਰੀ ਕੁਦਰਤ ਉਸ ਕਾਦਰ ਦੇ ਪਾਵਨ ਪਵਿੱਤਰ ਸਰੂਪ ਨੂੰ ਜੀ ਆਇਆਂ ਕਹਿਣ ਲਈ ਤਿਆਰ ਹੈ। ਸ਼ਹਿਰ ਪੂਰਾ ਕਹਿੰਦੇ ਨੇ ਉਸ ਪਰਮਾਤਮਾ ਦੀ ਰੱਬੀ ਰੰਗ ਵਿੱਚ ਰੰਗਿਆ ਗਿਆ ਹੈ। ਲੋਕ ਸੁੱਤੇ ਪਏ ਪਰਮਾਤਮਾ ਦੀ ਯਾਦ ਵਿੱਚ ਜੁੜੇ ਹੋਏ ਨੇ। ਅੱਜ ਦੇ ਇਸ ਭਾਗਾਂ ਭਰੇ ਦਿਨ ਰਾਤ 2 ਤੋਂ 2:30 ਵਜੇ ਦਾ ਸਮਾਂ, ਕੋਈ 2:30 ਕਹਿ ਰਿਹਾ, ਕੋਈ 2 ਵਜੇ ਕਹਿ ਰਿਹਾ। ਯਾਦ ਰੱਖਿਓ, ਰਾਏ ਭੋਏ ਦੀ ਤਲਵੰਡੀ, ਮਹਿਤਾ ਕਲਿਆਣ ਦਾਸ ਦੇ ਘਰ ਮਾਤ ਤ੍ਰਿਪਤਾ ਦੀ ਕੁੱਖ,
इस भागा भरे दिन के धन गुरु नानक साहब ने प्रकाश धारण किया। जन्म मरण दो मुंह में नाही, जन पर उपकारी आए, जी दान दे भगती लाए, हर स्यों लहर मिलाए। जिवें ही धन गुरु नानक साहब की आमद, मैं गुरु कहांगा, जिवें ही आमद हुई, सब तो पहला दर्शन दौलत दाई ने किया। दौलत दाई ने दर्शन किया। कहते ने अष्ट मुखी दीवा, 8 मुहां वाला दीवा उस कमरे जग रहा है। दौलतां में भुलेखा पै रहा जिवें दीवे का चानण मध्यम ते इस बच्चे दे आउण दा चानण ज्यादा हो रहा। ऐसा प्रकाश उन्हें जिंदगी च कदे वेखिया नहीं, ऐसा प्रकाश कदे जिंदगी च तकिया नहीं। बाबा कल्याण दास बाहर बैठे दूसरे कमरे, सर्दी के दिन ने, उस खुशी की खबर सुनने दे इंतजार विच ने। कहते ने वो सारा क्रिया कर्म निभा के, सारी रस्म निभा के दौलत दाई बाहर आई। नेत्र छलके हुए ने ते अपनी एक पुरानी जी चुन्नी गल विच पाई है। उस चुन्नी नाल नाले अखां नूं साफ कर रही है ते नाल कह रही है, वे कालू तेनू बधाई होवे, अल्लाह ने तेरे घर पुत्र सोना, बहुत सोना भेजा। तेनू बधाई होवे, अल्लाह ने तेरे घर पुत्र बड़ा सोना भेजा। कहते ने अब मेहता कल्याण दास के हाथ जुड़े, परमात्मा का शुकराना किया। फटाफट गए कमरे चो दौलत का थाल भर के लिया। कह लगे, लै दौलता, तू अक्सर कहती सी मेरी झोली भरी, हुण झोली कर, मैं तेरी झोली दौलत नाल भरा। कह लगे, दौलत नाले अखां साफ कर रही है, नाले दूसरे हाथ नाल थाल पिछे कर दिता। उन्हें कहा, की गल, मैं होर देंगा, तेनू कपड़े मिल गए, अनाज मिलेगा, मैं कोई गऊ भैंस कोई लवेरी तेनू गां मज भी देंगा। तू चिंता ना करे, तो मैं हुण तू खुशी की खबर दी, सिर्फ तेरा एक सन्मान कर लग्या, तू फिक्र ना कर, तेरा घर भर देंगा। उन्हें कहा, नहीं, अज तक मैं रो रही हूं, जिहड़ा ना अखां च अथरू ने, ये रब नाल अल्लाह नाल उलामा है, क्योंकि उन्हें मेरा नाम दौलत रखिया सी, मैं दौलत कदे वेखी नहीं सी। हुण तक मैं भुखी सा, अज जेड़ा वे मेहता कल्याण दास, जेड़ा बालक तेरे घर विच आया, ओदे दर्शनां विचों जेड़ी मैनू दौलत मिली है, उस दौलत नूं मान के मैं सचमुच रज गई। आ दौलत की लोड़ नहीं, मैं रज चुकी हाँ, तेरी दुनियावी दौलत की लोड़ नहीं। कहते ने अज दौलत दाई ओ शख्सियत है, एक मुसलमान है, इकबाल खान की